ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਇੱਕ ਵਾਰ ਫਿਰ ਤੋਂ ਅਸੀਂ ਬਲਵੰਤ ਸਿੰਘ ਰਾਜੋਆਣਾ ਦੀ ਕਰਾਂਗੇ। ਅੱਜ ਗੱਲ ਹੋਵੇਗੀ ਇੱਕ ਪਾਸੇ ਹੈ ਚੁਣੌਤੀ ਤੇ ਇੱਕ ਪਾਸੇ ਹੈ ਅਲਟੀਮੇਟਮ। ਚੁਣੌਤੀ ਰਾਜੋਆਣਾ ਦੀ ਚੁਣੌਤੀ ਜੋ ਐਸਜੀਪੀਸੀ ਅਕਾਲੀ ਦਲ ਨੂੰ ਦਿੱਤੀ ਜਾ ਰਹੀ ਹੈ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਰਾਜੋਆਣਾ ਨੇ। ਕਹਿ ਰਹੇ ਇੱਕ ਵੱਡਾ ਸਟੈਪ ਸੀ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਜੋ ਜੇਲ੍ਹ ਦੇ ਅੰਦਰ ਹੀ ਚੁੱਕਿਆ ਗਿਆ, ਪਟਿਆਲਾ ਜੇਲ੍ਹ ਦੇ ਅੰਦਰ। ਇਸ ਕਰਕੇ ਇਸ ਦੇ ਉੱਤੇ ਹਲਚਲ ਤਾਂ ਨਜ਼ਰ ਆ ਰਹੀ ਹੈ ਤੇ ਜਿਹੜਾ ਅਲਟੀਮੇਟਮ ਹੈ ਉਹ ਜਥੇਦਾਰਾਂ ਦੇ ਵੱਲੋਂ, ਸਿੰਘ ਸਾਹਿਬਾਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ। ਭੁੱਖ ਹੜਤਾਲ ਮੰਗਲਵਾਰ ਤੋਂ ਸ਼ੁਰੂ ਹੋਈ ਹੈ ਤੇ ਅਲਟੀਮੇਟਮ ਕੇਂਦਰ ਦੀ ਸਰਕਾਰ ਨੂੰ ਹੈ 31 ਦਸੰਬਰ ਤੱਕ ਦਾ ਕਿ ਜੋ ਪਟੀਸ਼ਨ ਪਾਈ ਗਈ ਹੈ ਐਸਜੀਪੀਸੀ ਦੇ ਵੱਲੋਂ 2012 ਦੇ ਵਿੱਚ, ਉਸ ਦੇ ਉੱਤੇ ਫੈਸਲਾ ਲਵੋ। ਫਾਂਸੀ ਦੀ ਸਜ਼ਾ ਨੂੰ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰੋ, ਰਾਜੋਆਣਾ ਦੀ ਜਿਹੜੀ ਸਜ਼ਾ ਹੈ। ਤਾਂ ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਬਹੁਤ ਅਹਿਮ ਜਿਹੜੀ ਗੱਲ ਜਿਸ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ। ਦਰਅਸਲ ਜੋ ਜਥੇਦਾਰ ਸਾਹਿਬ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਕੇਂਦਰ ਦੀ ਸਰਕਾਰ ਇਹ ਫੈਸਲਾ ਨਹੀਂ ਲੈਂਦੀ ਤਾਂ ਪੰਜਾਬ ਦੇ ਵਿੱਚ ਅੱਗੇ ਜੋ ਹਾਲਾਤ ਬਣਨਗੇ, ਅੱਗੇ ਜੋ ਵੀ ਸਥਿਤੀ ਹੋਏਗੀ, ਉਸ ਦੇ ਲਈ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਏਗੀ। ਅੱਜ ਬਹੁਤ ਸਿੱਧਾ ਸਵਾਲ ਹੈ, ਪੁਆਇੰਟ ਨੰਬਰ 1 ਕਿ ਕਿਹੋ ਜਿਹੇ ਹਾਲਾਤ ਦਾ ਖਦਸ਼ਾ ਪ੍ਰਗਟਾ ਰਹੇ ਨੇ ਜਥੇਦਾਰ ਸਾਹਿਬ ਕਿ ਵਾਕਈ ਪੰਜਾਬ ਦੇ ਵਿੱਚ ਕੋਈ ਹਾਲਾਤ ਖਰਾਬ ਹੋ ਸਕਦੇ ਨੇ ਇਸ ਭੁੱਖ ਹੜਤਾਲ ਦੀ ਵਜ੍ਹਾ ਦੇ ਨਾਲ। ਤੇ ਸਵਾਲ ਤਾਂ ਇਹ ਵੀ ਹੈ ਕਿ ਭੁੱਖ ਹੜਤਾਲ ਖਤਮ ਕਿਵੇਂ ਹੋਵੇਗੀ, ਕਿਉਂਕਿ ਜੇ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਤਾਂ 31 ਦਸੰਬਰ ਦੇ ਵਿਚਾਲੇ ਵੀ ਦਿਨ ਬਹੁਤ ਨੇ, ਕਰੀਬ 25-26 ਦਿਨ। ਹੁਣ ਸਵਾਲ ਇਹ ਹੈ ਕਿ ਜਥੇਦਾਰ ਦੀ ਅਪੀਲ ਜਾਂ ਅਲਟੀਮੇਟਮ ਤੇ ਦੂਜੇ ਪਾਸੇ ਰਾਜੋਆਣਾ ਦੀ ਭੁੱਖ ਹੜਤਾਲ, ਕਿ ਭੁੱਖ ਹੜਤਾਲ ਇਸ ਤਰੀਕੇ ਨਾਲ ਹੀ ਜਾਰੀ ਰਹੇਗੀ ਜਾਂ ਫਿਰ ਜਥੇਦਾਰ ਸਾਹਿਬ ਦੇ ਅਲਟੀਮੇਟਮ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਆਪਣੀ ਭੁੱਖ ਹੜਤਾਲ ਨੂੰ ਲੈ ਕੇ ਕੋਈ ਫੈਸਲਾ ਕਰਨਗੇ। ਉਮੀਦ ਘੱਟ ਨਜ਼ਰ ਆ ਰਹੀ ਹੈ। ਤੇ ਇੱਕ ਹੋਰ ਪੁਆਇੰਟ ਜੋ ਬਹੁਤ ਅਹਿਮ ਹੈ, ਜਿਸ ਦੀ ਗੱਲ ਅੱਜ ਹੋਣੀ ਜ਼ਰੂਰੀ ਹੈ। ਦਰਅਸਲ ਸਵਾਲ ਚੁੱਕੇ ਗਏ ਨੇ ਰਾਜੋਆਣਾ ਦੀ ਭੁੱਖ ਹੜਤਾਲ ਦੇ ਉੱਤੇ ਔਰ ਐਸਜੀਪੀਸੀ ਦੇ ਇੱਕ ਮੈਂਬਰ ਨੇ ਸਵਾਲ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਰਾਜੋਆਣਾ ਨੂੰ ਸਲਾਹਾਂ ਕੌਣ ਦੇ ਰਿਹਾ ਹੈ, ਆਖਿਰ ਕਿਉਂ ਇਸ ਤਰੀਕੇ ਦੇ ਨਾਲ ਰਾਜੋਆਣਾ ਰਿਐਕਟ ਕਰਦੇ ਹੋਏ ਨਜ਼ਰ ਆ ਰਹੇ ਨੇ। ਹੁਣ ਜੇ ਪ੍ਰੈਕਟੀਕਲੀ ਸੋਚਿਆ ਜਾਵੇ ਤਾਂ ਐਸਜੀਪੀਸੀ ਤੇ ਅਕਾਲੀ ਦਲ ਕੀ ਕਰ ਸਕਦਾ ਹੈ? ਅਕਾਲੀ ਦਲ ਤੇ ਐਸਜੀਪੀਸੀ ਕੇਂਦਰ ਦੀ ਸਰਕਾਰ ਨੂੰ ਅਪੀਲ ਕਰ ਸਕਦਾ ਹੈ, ਇੱਕ ਵਫਦ ਬਣਾ ਸਕਦਾ ਹੈ, ਇੱਕ ਮੁਹਿੰਮ ਚਲਾ ਸਕਦਾ ਹੈ, ਪਰ ਜੋ ਫੈਸਲਾ ਹੈ ਤਾਂ ਕੇਂਦਰ ਦੀ ਸਰਕਾਰ ਨੇ ਕਰਨਾ ਨਾ। ਹਾਂ, ਦਬਾਅ ਜ਼ਰੂਰ ਬਣਾ ਸਕਦਾ ਵੱਖ-ਵੱਖ ਤਰੀਕਿਆਂ ਦੇ ਨਾਲ, ਜਿਵੇਂ ਰਾਜਪਾਲ ਦੇ ਨਾਲ ਜਾ ਕੇ ਮੁਲਾਕਾਤ ਕਰ ਲਈ ਸੀ ਤਾਂ ਕਿ ਵਾਕਈ ਹੀ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤੇ ਰਾਜੋਆਣਾ ਨੇ ਭੁੱਖ ਹੜਤਾਲ ਕਰ ਦਿੱਤੀ। ਹੁਣ ਰਾਜੋਆਣਾ ਦੇ ਪੱਖ ਤੋਂ ਸਮਝੋ ਚੀਜ਼ ਨੂੰ। ਰਾਜੋਆਣਾ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਪੱਖ ਇਹ ਹੈ ਕਿ 11-12 ਸਾਲ ਹੋ ਚੁੱਕੇ ਨੇ ਤੇ ਜਦੋਂ ਭੁੱਖ ਹੜਤਾਲ ਦਾ ਜ਼ਿਕਰ ਕਰਦੇ ਨੇ ਰਾਜੋਆਣਾ, ਉਸੇ ਸਮੇਂ ਬਹੁਤ ਹਲਚਲ ਜੀ ਨਜ਼ਰ ਆਉਂਦੀ ਹੈ। 5-7 10 ਦਿਨ 20 ਦਿਨ ਇਸ ਤਰੀਕੇ ਨਾਲ ਸਥਿਤੀ ਰਹਿੰਦੀ ਹੈ, ਉਸ ਤੋਂ ਬਾਅਦ ਫਿਰ ਮਾਮਲਾ ਠੰਡੇ ਬਸਦੇ। ਤਾਂ ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲ ਸਿੱਧੇ ਤੌਰ ਦੇ ਉੱਤੇ ਅਲਟੀਮੇਟਮ ਦੀ ਹੋਵੇਗੀ। ਕੇਂਦਰ ਦੀ ਸਰਕਾਰ ਨੂੰ ਜੋ ਸਿੰਘ ਸਾਹਿਬ ਦੇ ਰਹੇ ਨੇ ਚੇਤਾਵਨੀ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਇੱਕ ਰਿਪੋਰਟ ਦੇ ਨਾਲ। ਰਾਜੋਆਣਾ ਦੀ ਭੁੱਖ ਹੜਤਾਲ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਹਿਮ ਮੀਟਿੰਗ ਹੋਈ ਤੇ ਇਸ ਦੌਰਾਨ 5 ਤਖਤਾਂ ਦੇ ਜਥੇਦਾਰ ਸਾਹਿਬਾਨ ਸ਼ਾਮਲ ਹੋਏ ਤੇ ਮੀਟਿੰਗ ਦੇ ਬਾਅਦ ਜਥੇਦਾਰ ਸਾਹਿਬ ਨੇ ਕੇਂਦਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਕਿ ਕੇਂਦਰ 31 ਦਸੰਬਰ ਤੱਕ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰੇ, ਨਹੀਂ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ। ਉੱਥੇ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਦਿੱਤੇ ਨੇ ਕਿ 31 ਦਸੰਬਰ ਤੋਂ ਬਾਅਦ ਰਾਜੋਆਣਾ ਦੀ ਮੰਗ ਤੇ ਐਸਜੀਪੀਸੀ ਵਿਚਾਰ ਕਰੇ। ਜੇਕਰ ਕੇਂਦਰ ਸਰਕਾਰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸੰਬਰ 2023 ਤੱਕ ਰੱਦ ਨਹੀਂ ਕਰਦੀ ਤਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਰ-ਵਾਰ ਪੁੱਜੀਆਂ ਪੱਤਰਕਾਵਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੀ ਪਾਈ ਹੋਈ ਅਪੀਲ ਤੇ ਵਿਚਾਰ ਕਰੇ। ਉੱਥੇ ਰਾਜੋਆਣਾ ਮਾਮਲੇ ਤੇ ਅਕਾਲ ਤਖਤ ਦੇ ਵੱਲੋਂ ਕੇਂਦਰ ਦੇ ਨਾਲ ਮੀਟਿੰਗ ਦੇ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ, ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਬਰਜਿੰਦਰ ਸਿੰਘ ਹਮਦਰਦ ਨੂੰ ਸ਼ਾਮਲ ਕੀਤਾ ਗਿਆ ਅਤੇ ਇਹਨਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉੱਚ ਪੱਧਰੀ ਵਫਦ ਦਾ ਗਠਨ ਕੀਤਾ ਹੈ, ਜੋ ਤੁਰੰਤ ਹੀ ਆਪਣੀ ਕਾਰਵਾਈ ਆਰੰਭ ਕਰੇ। ਜੇਕਰ ਦਿੱਤੇ ਸਮੇਂ ਦੇ ਅੰਦਰ ਕੇਂਦਰ ਸਰਕਾਰ ਸੁਹਿਰਦਤਾ ਵਾਲਾ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿੰਮੇਵਾਰ ਵੀ ਕੇਂਦਰ ਸਰਕਾਰ ਹੋਵੇਗੀ। ਸੋ ਜਥੇਦਾਰ ਸਾਹਿਬ ਨੇ ਕੇਂਦਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਹੈ।
ਫਿਲਹਾਲ ਇਹ ਵੱਡਾ ਸਵਾਲ ਹੈ ਕਿ ਇਸ ਅਲਟੀਮੇਟਮ ਤੇ ਕੇਂਦਰ ਦਾ ਕੀ ਰੁਖ ਰਹਿੰਦਾ ਹੈ ਤੇ ਜੇ ਕੇਂਦਰ ਦੇ ਵੱਲੋਂ ਕੋਈ ਗੌਰ ਨਹੀਂ ਕੀਤਾ ਜਾਂਦਾ ਤਾਂ ਫਿਰ 31 ਦਸੰਬਰ ਤੋਂ ਬਾਅਦ ਅਗਲਾ ਐਕਸ਼ਨ ਪਲਾਨ ਕੀ ਰਹੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਸਵਾਲ ਇਹ ਹੈ ਕਿ ਅੱਗੇ ਦਾ ਐਕਸ਼ਨ ਪਲਾਨ ਕੀ ਰਹੇਗਾ। ਸਿਰਫ ਕੇਂਦਰ ਦੀ ਸਰਕਾਰ ਦਾ ਨਹੀਂ, ਬਲਕਿ ਰਾਜੋਆਣਾ ਦਾ, ਬਲਕਿ ਐਸਜੀਪੀਸੀ ਦਾ, ਬਲਕਿ ਜਥੇਦਾਰ ਸਾਹਿਬ ਦਾ। ਸਮਾਂ 20-25 ਦਿਨ ਦਾ ਜ਼ਰੂਰ ਦੇ ਦਿੱਤਾ ਗਿਆ, ਪਰ ਭੁੱਖ ਹੜਤਾਲ ਜਦੋਂ ਸਿੱਧੇ ਤੌਰ ਦੇ ਉੱਤੇ ਕੀਤੀ ਜਾਂਦੀ ਹੈ ਤਾਂ ਇੱਕ ਦਿਨ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਸੋਚ ਕੇ ਦੇਖੋ ਕਿ ਕੋਈ ਭੁੱਖ ਹੜਤਾਲ ਕਰ ਰਿਹਾ ਹੈ ਤਾਂ ਫਿਰ ਇੱਕ ਦਿਨ ਕੱਟਣਾ ਮੁਸ਼ਕਿਲ ਹੋਏਗਾ। ਤਾਂ 31 ਦਸੰਬਰ ਵੀ ਇਸ ਪੂਰੇ ਮਾਮਲੇ ਦੇ ਵਿੱਚ ਇਸ ਤਰੀਕੇ ਨਾਲ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਰਾਜੋਆਣਾ ਦੇ ਵੱਲੋਂ। 31 ਦਸੰਬਰ ਬਹੁਤ ਦੂਰ ਨਜ਼ਰ ਆ ਰਿਹਾ ਹੈ। ਖੈਰ, ਅਲਟੀਮੇਟਮ ਦਿੱਤਾ ਗਿਆ ਜਥੇਦਾਰ ਸਾਹਿਬ ਦੇ ਵੱਲੋਂ, ਤਾਂ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਚੇਤਨ ਜੋਸ਼ੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ। ਜੋਸ਼ੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਟੂਡੀਓ ਦੇ ਵਿੱਚ ਜੋਸ਼ੀ ਜੀ ਸਾਡੇ ਨਾਲ ਮੌਜੂਦ ਨੇ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਪੀਰ ਮੁਹੰਮਦ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਖੁਸ਼ਹਾਲ ਸਿੰਘ ਜੀ ਜੁੜ ਰਹੇ ਨੇ, ਸਿੱਖ ਬੁੱਧੀਜੀਵੀ ਨੇ। ਖੁਸ਼ਹਾਲ ਜੀ, ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਗੁਰਵਿੰਦਰ ਸੰਧੂ ਜੀ ਜੁੜ ਰਹੇ ਨੇ, ਐਡਵੋਕੇਟ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਮਾਮਲੇ ਵਿੱਚ ਘੁੰਡੀ ਅੜੀ ਕਿੱਥੇ ਹੋਈ ਆ, ਆਖਿਰ ਕਿਉਂ ਗੱਲ ਅੱਗੇ 11-12 ਸਾਲ ਦੇ ਵਿੱਚ ਇਸ ਪਟੀਸ਼ਨ ਦੇ ਉੱਤੇ ਨਹੀਂ ਵਧੀ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਅੱਜ ਬੀਜੇਪੀ ਤੋਂ ਕਰਦਾ ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ। ਜੋਸ਼ੀ ਜੀ, ਅਲਟੀਮੇਟਮ ਸਿੱਧੇ ਤੌਰ ਦੇ ਉੱਤੇ 31 ਦਸੰਬਰ ਤੱਕ ਦਾ, ਔਰ 31 ਦਸੰਬਰ ਦੇ ਵਿੱਚ ਵੀ ਅਜੇ ਕਰੀਬ 25-26 ਦਿਨ ਦਾ, 24-25 ਦਿਨ ਦਾ ਸਮਾਂ ਬਾਕੀ ਹੈਗਾ ਹੈ। ਕੀ ਕਹੋਗੇ ਅਲਟੀਮੇਟਮ ਦਾ? ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਇੱਕ ਤਰੀਕੇ ਨਾਲ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਫੈਸਲਾ ਨਹੀਂ ਕਰਦੇ ਤਾਂ ਅੱਗੇ ਜੋ ਵੀ ਸਥਿਤੀ ਹੋਏਗੀ ਤੁਸੀਂ, ਯਾਨੀ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਜਥੇਦਾਰ ਸਾਹਿਬ ਨੇ ਬਹੁਤ ਸਿੱਧੇ ਤੇ ਦੋ ਟੁਕ ਲਹਿਜ਼ੇ ਦੇ ਵਿੱਚ ਇਹ ਗੱਲ ਕਹੀ ਹੈ। ਦੇਖੋ, ਜਥੇਦਾਰ ਸਾਹਿਬ ਇੱਕ ਬਹੁਤ ਹੀ ਸਤਿਕਾਰਯੋਗ ਸਾਡੇ ਵਾਸਤੇ ਅਹੁਦਾ ਵਾ, ਔਰ ਜਥੇਦਾਰ ਸਾਹਿਬ ਜੋ ਵੀ ਗੱਲ ਕਰਨਗੇ ਉਹਦਾ ਕੋਈ ਨਾ ਕੋਈ ਤਾਂ ਮਤਲਬ ਸਾਰਥਕ ਹੁੰਦਾ ਹੀ ਆ। ਲੇਕਿਨ ਇੱਥੇ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਕਿ ਜਥੇਦਾਰ ਸਾਹਿਬ ਨੇ ਜੇ ਗੱਲ ਕਹੀ ਆ ਤੇ ਉਹਨਾਂ ਨੇ ਇੱਕ ਕਮੇਟੀ ਦੀ ਵੀ ਫਾਰਮੇਸ਼ਨ ਕੀਤੀ ਆ, ਔਰ ਤੁਸੀਂ ਦੇਖੋ ਕਿੰਨੇ ਸੁਲਝੇ ਹੋਏ ਲੋਕ ਨੇ ਸਾਰੇ ਇਸ ਕਮੇਟੀ ਦੇ ਮੈਂਬਰ ਨੇ, ਚਾਹੇ ਪ੍ਰੋਫੈਸਰ ਵਲਟੋਆ ਸਾਹਿਬ ਨੇ, ਚਾਹੇ ਬਲਜਿੰਦਰ ਸਿੰਘ ਹਮਦਰਦ ਹੋਣੀ ਨੇ, ਜਿਹਨਾਂ ਨੂੰ ਲੋਕ ਸਾਰੇ ਭਾਜੀ ਕਹਿੰਦੇ ਨੇ, ਭੈਣ ਜੀ ਹੋਣੀ ਨੇ, ਮਤਲਬ ਕਾਫੀ ਸੁਲਝੇ ਹੋਏ ਲੋਕ ਇਹਦੇ ਵਿੱਚ ਪਾਏ ਨੇ। ਮੈਂ ਇੱਥੇ ਮਤਲਬ ਇੰਨੀ ਗੱਲ ਜ਼ਰੂਰ ਕਹਿਣਾ ਕਿ ਦੇਖੋ, ਇਹ ਜਿਹੜਾ ਮਸਲਾ ਹੈਗਾ ਇਹ ਇੱਕ ਸੰਵੇਦਨਸ਼ੀਲ ਮਸਲਾ ਹੋਣ ਦੇ ਨਾਲ ਨਾਲ ਧਰਮ ਦੇ ਨਾਲ ਹੀ ਪੂਰੀ ਤਰ੍ਹਾਂ ਜੋੜ ਦਿੱਤਾ। ਕਿਰਪਾ ਕਰਕੇ ਤੇ ਰਾਜਨੀਤੀ ਨਾ ਕੀਤੀ ਜਾਵੇ, ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ। ਦੂਸਰੀ ਗੱਲ ਇਹ ਹੈ ਕਿ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਸਰਕਾਰਾਂ ਰਹੀਆਂ ਨੇ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਆ, ਆਈ.ਕੇ. ਗੁਜਰਾਲ ਦੀ ਸਰਕਾਰ ਰਹੀ ਆ, ਐਚ.ਡੀ. ਦੇਵਗੌੜਾ ਦੀ ਰਹੀ ਆ, ਔਰ ਫਿਰ ਬੀਜੇਪੀ ਦੀ ਸਰਕਾਰ ਆਈ ਆ। ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਦੇ ਉੱਤੇ ਚਰਚਾਵਾਂ ਹੁੰਦੀਆਂ ਰਹੀਆਂ, ਲੇਕਿਨ ਇੱਥੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਾਰਨ ਕੀ ਆ, ਇਹਦਾ ਨਤੀਜਾ ਕਿਉਂ ਨਹੀਂ ਨਿਕਲਿਆ। ਠੀਕ ਆ, ਮੈਂ ਇੱਥੇ ਇੱਕ ਬੜੀ ਮਤਲਬ ਗੱਲ ਬੜੇ ਪੰਜਾਬੀ ਹੋਣ ਦੇ ਨਾਤੇ ਮੈਂ ਕਹਾਂਗਾ ਜੀ, ਸਰਕਾਰ ਨੂੰ ਪੁੱਛਿਆ ਤੇ ਜਾ ਸਕਦਾ ਨਾ, ਚਾਹੇ ਕੋਈ ਵੀ ਸੈਂਟਰ ਗਵਰਨਮੈਂਟ ਸੀ, ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀ ਕਿ ਭਾਈ ਇਹ ਕਾਰਨ ਕੀ ਆ, ਇਹਦੇ ਪਿੱਛੇ ਦੇਰੀ ਕੀ ਹੈ। ਸਰਕਾਰਾਂ ਤਾਂ ਦੋ ਹੀ ਰਹੀਆਂ ਸਰ, ਜਿਹੜੀ ਤੁਸੀਂ ਜ਼ਿਕਰ ਕੀਤਾ ਉਹ ਪੁਰਾਣੀਆਂ ਸਰਕਾਰਾਂ ਸੀ। 2007 ਦੇ ਵਿੱਚ ਫਾਂਸੀ ਦੀ ਸਜ਼ਾ ਹੋਈ, 2010 ਚ ਹਾਈ ਕੋਰਟ ਨੇ ਉਸ ਨੂੰ ਬਰਕਰਾਰ ਰੱਖਿਆ, 2012 ਦੇ ਵਿੱਚ ਪਟੀਸ਼ਨ ਪਾਈ ਐਸਜੀਪੀਸੀ ਨੇ, ਔਰ 2012 ਤੋਂ ਲੈ ਕੇ 2023 ਤੱਕ ਦੋ ਹੀ ਪਾਰਟੀਆਂ ਦੀ ਸਰਕਾਰਾਂ ਨੇ, ਇੱਕ ਕਾਂਗਰਸ ਦੀ ਰਹੀ ਸੀ ਸੈਂਟਰ ਦੇ ਵਿੱਚ ਤੇ ਦੂਜੀ ਤੁਹਾਡੀ ਯਾਨੀ ਬੀਜੇਪੀ ਦੀ। ਮੇਰਾ ਇੱਥੇ ਮੰਨਣਾ ਇਹ ਆ, ਮੈਂ ਮਤਲਬ ਇੱਕ ਪਾਰਟੀ ਲਾਈਨ ਤੋਂ ਨਹੀਂ, ਮੈਂ ਵੈਸੇ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪਰਸਨਲ ਗੱਲ ਵੀ ਕਰਨਾ ਚਾਹੁੰਦਾ ਇੱਥੇ ਮੈਂ। ਤੁਸੀਂ ਦੇਖੋ, ਇਹਨਾਂ ਦਾ ਸੰਬੰਧ ਸਿੱਧਾ ਮਰਡਰ ਦੇ ਨਾਲ ਜੋੜਿਆ ਜਾਂਦਾ, ਜਿਹੜੀ ਇਹ ਇੱਕ ਸੱਚਾਈ ਗੱਲ ਹੈ। ਮੈਂ ਕਾਨੂੰਨ ਦੀ ਗੱਲ ਕਰਦਾ ਪਿਆ, ਖੁਦ ਕਹਿੰਦੇ ਹੋ, ਸਿੱਧਾ ਮੰਨਦੇ ਆ ਕਿ ਹਾਂ ਮੈਂ ਕੀਤਾ। ਮੈਂ ਕਿਸੇ ਦੇ ਮਤਲਬ ਜ਼ਾਤੀ ਇਮੋਸ਼ਨਸ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਇੱਥੇ, ਲੇਕਿਨ ਜੋ ਕਾਨੂੰਨ ਦੀਆਂ ਗੱਲਾਂ ਕਹਿੰਦੀਆਂ ਮੈਂ ਉਹਦਾ ਬੇਸ ਬਣਾ ਕੇ ਹੀ ਮੈਂ ਗੱਲ ਕਰ ਰਿਹਾ। ਮੈਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ ਜੇ ਸਰਕਾਰ ਕੁਝ ਕਰਨ ਦੀ ਕੋਸ਼ਿਸ਼ ਕਰੇਗੀ ਵੀ, ਮੈਂ ਨਹੀਂ ਕਹਿੰਦਾ ਸਰਕਾਰ ਇਹ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਜੇ ਕਰੇਗੀ ਵੀ, ਕਿਤੇ ਨਾ ਕਿਤੇ ਇਹਦੇ ਚ ਆਨਰੇਬਲ ਰਵਨੀਤ ਬਿੱਟੂ ਹੋਣਾ ਦੀ ਵੀ ਜਿਹੜੀ ਸ਼ਮੂਲੀਅਤ ਆ, ਉਹਨਾਂ ਦੀ ਇੰਟਰਫੇਰੈਂਸ ਉਸ ਤੋਂ ਬਾਅਦ ਜੇ ਆ ਗਈ, ਫਿਰ ਸਰਕਾਰ ਕੀ ਕਰੇਗੀ ਇੱਥੇ? ਠੀਕ ਹੈ, ਉਹ ਤਾਂ ਅੱਗੇ ਹੋਏਗੀ ਨਾ, ਅੱਗੇ ਦੀ ਗੱਲ ਹੈ ਨਾ, ਉਹ ਅੱਗੇ ਦੀ ਗੱਲ ਆ। ਲੇਕਿਨ ਇਹਦੇ ਵਿੱਚ ਫਿਰ ਵੀ ਮੈਂ ਇੰਨੀ ਗੱਲ ਕਹਿਣਾ ਕਿ ਸਰਕਾਰਾਂ ਨਾਲ ਮੁਲਾਕਾਤ ਕਰਨ ਨਾਲ ਹੀ ਕੋਈ ਨਾ ਕੋਈ ਹੱਲ ਲੱਭਦਾ, ਔਰ ਜੇ 5 ਮੈਂਬਰੀ ਕਮੇਟੀ ਬਣੀ ਹੈ, ਕਿਸੇ ਦੀ ਕਾਰਜਕੁਸ਼ਲਤਾ ਤੇ ਕਿਸੇ ਦੀ ਲਿਆਕਤ ਤੇ ਕੋਈ ਪ੍ਰਸ਼ਨ ਨਹੀਂ ਕਰ ਸਕਦਾ। ਸਾਰੇ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਨੇ, ਸਰਕਾਰਾਂ ਨਾਲ ਮਿਲੋ। ਮਿਨੋਰਿਟੀ ਕਮਿਸ਼ਨ, ਔਰ ਸਭ ਤੋਂ ਵੱਡੀ ਗੱਲ ਆ ਕਿ ਹੁਣ ਤੇ ਮਿਨੋਰਿਟੀ ਕਮਿਸ਼ਨ ਜਿਹੜਾ ਹੈਗਾ ਵਾ, ਸਾਡੇ ਲਾਲਪੁਰਾ ਸਾਹਿਬ ਉਹਨੂੰ ਦੇਖ ਰੇਖ ਕਰ ਰਹੇ ਨੇ, ਲਾਲਪੁਰਾ ਸਾਹਿਬ ਨਾਲ ਮੁਲਾਕਾਤ ਕਰਨ। ਤੁਸੀਂ ਦੇਖੋ ਪਿੱਛੇ ਜੀ ਜਦੋਂ ਇਹਨਾਂ ਦੀ ਭੁੱਲਰ ਸਾਹਿਬ ਦੀ ਰਿਹਾਈ ਦੀ ਗੱਲ ਹੋਈ ਸੀ, ਖੁਦ ਸਾਡੇ
ਆਰਪੀ ਸਿੰਘ ਜੀ ਭਾਰਤੀ ਜਨਤਾ ਪਾਰਟੀ ਤੋਂ ਲੈਫਟੀਨੈਂਟ ਗਵਰਨਰ ਨੂੰ ਦਿੱਲੀ ਠੀਕ ਹੈ, ਕੇ ਤੁਸੀਂ ਅੱਜ application ਇੱਕ ਦਿੱਤੀ ਵੱਖਰੀ ਗੱਲ ਤੁਸੀਂ ਜ਼ਰੂਰ ਤੋਰੀ। ਆਪਾਂ ਹੁਣ ਤੱਕ ਸਿਰਫ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ, ਕਿਉਂਕਿ ਉਸ ਸਮੇਂ ਜਿਹੜਾ ਮਰਡਰ ਕੀਤਾ ਗਿਆ ਬੰਬ ਧਮਾਕੇ ਦੇ ਵਿੱਚ ਬੇਅੰਤ ਸਿੰਘ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਸੀ ਜੀ। ਪਰ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾਵੇ, ਉਹ ਲੋਕ ਵੀ ਸਾਹਮਣੇ ਆਉਣ, ਕਿਉਂਕਿ ਉੱਥੇ ਸਿਰਫ ਇੱਕ ਬੇਅੰਤ ਸਿੰਘ ਉਹਨਾਂ ਦਾ ਅਸੈਸੀਨੇਸ਼ਨ ਨਹੀਂ ਸੀ, ਉਹਨਾਂ ਦੇ ਨਾਲ ਜੇ ਮੈਂ ਗਲਤ ਨਹੀਂ ਤਾਂ 15-16 ਲੋਕਾਂ ਦੀ ਹੋਰ ਵੀ ਡੈਥ ਹੋਈ ਸੀ ਉਸ ਸਮੇਂ ਉਸ ਬਲਾਸਟ ਦੇ ਵਿੱਚ। ਤਾਂ ਮੈਂ ਤਾਂ ਇਹ ਵੀ ਕਹਾਂਗਾ ਕਿ ਜੇ ਅੱਜ ਉਹ ਵੀ ਸਾਨੂੰ ਕਿਤੇ ਬੈਠੇ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਤਾਂ ਉਹ ਸਾਹਮਣੇ ਆਉਣ, ਉਹਨਾਂ ਦਾ ਪਤਾ ਲੱਗੇ ਕਿ ਉਹ ਕੀ ਚਾਹੁੰਦੇ ਨੇ, ਕਿ ਉਹ ਸਮਝਦੇ ਨੇ ਇਸ ਗੱਲ ਨੂੰ ਕਿ ਵਾਕਈ ਰਾਜੋਆਣਾ ਨੂੰ ਛੱਡ ਦਿੱਤਾ ਜਾਵੇ, ਰਾਜੋਆਣਾ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਜਾਵੇ। ਇੱਕ ਲਾਈਨ ਕਲੀਅਰ ਹੋਏਗੀ ਨਾ ਕਿ ਉਹਨਾਂ ਦੇ 12-13 ਪਰਿਵਾਰ ਕੀ ਕਹਿ ਰਹੇ ਨੇ, ਉਹ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਰਵਨੀਤ ਬਿੱਟੂ ਕੀ ਕਹਿ ਰਹੇ ਨੇ ਤੇ ਜਿਹੜੇ ਬਾਕੀ 12-13 ਪਰਿਵਾਰ ਸੀ ਉਹ ਆ ਕੇ ਕੀ ਕਹਿੰਦੇ ਨੇ। ਉਮੀਦ ਹੈ ਕਿ ਐਸਜੀਪੀਸੀ ਸ਼ਾਇਦ ਉਹਨਾਂ ਤੱਕ ਪਹੁੰਚ ਕਰ ਲਵੇ, ਕਿਉਂਕਿ ਉਹਨਾਂ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਸ ਬੰਬ ਧਮਾਕੇ ਦੇ ਵਿੱਚ ਗਵਾਇਆ ਸੀ, ਜਿਸ ਦੀ ਸਜ਼ਾ ਕੱਟ ਰਹੇ ਨੇ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਅਹਿਮ ਪੁਆਇੰਟ ਚੁੱਕਿਆ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਰਿਵਾਰ ਸਾਰੇ ਸਾਹਮਣੇ ਆਉਣਗੇ। ਮੈਂ ਰੁਕ ਕਰਦਾ, ਪੀਰ ਮੁਹੰਮਦ ਸਾਹਿਬ ਸਾਡੇ ਨਾਲ ਨੇ। ਪੀਰ ਮੁਹੰਮਦ ਸਾਹਿਬ, ਇਹ ਇੱਕ 5 ਮੈਂਬਰੀ ਕਮੇਟੀ ਆਮ ਤੌਰ ਤੇ ਦੇਖੋ ਬੜੀ ਚਰਚਾ ਰਹਿੰਦੀ ਹੈ ਕਿ ਜਦੋਂ ਕਮੇਟੀਆਂ ਬਣ ਜਾਣ ਨਾ ਤਾਂ ਫਿਰ ਮਾਮਲੇ ਬੜੇ ਠੰਡੇ ਬਸਤੇ ਪੈ ਜਾਂਦੇ ਨੇ ਕਿ ਕਮੇਟੀ ਬਣਾ ਦਿਓ, ਕਿਸੇ ਮਾਮਲੇ ਨੂੰ ਠੰਡੇ ਬਸਤੇ ਪਾਉਣਾ ਹੈ। ਖੈਰ ਚਲੋ, ਹੁਣ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਹੈ ਤਾਂ ਆਪਾਂ ਕੋਈ ਕਿੰਤੂ ਪਰੰਤੂ ਤਾਂ ਨਹੀਂ ਕਰਨਾ, ਪਰ ਸਵਾਲ ਤਾਂ ਅਸੀਂ ਜ਼ਰੂਰ ਕਰ ਸਕਦੇ ਹਾਂ ਕਿ ਇਹ ਕਮੇਟੀ ਕੰਮ ਕਿਵੇਂ ਕਰੇਗੀ। ਔਰ 25 ਦਿਨ ਦਾ ਸਮਾਂ ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰਨੀ ਹੁੰਦੀ ਤਾਂ ਵੱਖਰੀ ਗੱਲ ਸੀ, ਜਿਨ੍ਹਾਂ ਨੇ ਕਰ ਦਿੱਤੀ ਹੈ ਤਾਂ ਫਿਰ 25 ਦਿਨ ਉਹਨਾਂ ਦੇ ਲਈ ਤਾਂ ਬਹੁਤ ਮੁਸ਼ਕਿਲ ਵਾਲੇ ਹੋਣਗੇ। ਨਹੀਂ ਗੌਰਵ ਜੀ, ਇੱਕ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਕਾਇਦਾ ਅਪੀਲ ਵੀ ਕੀਤੀ, ਇੱਕ ਸਿੱਖ ਹੋਣ ਦੇ ਨਾਤੇ ਆਦੇਸ਼ ਕੀਤਾ ਉਹਨਾਂ ਨੂੰ, 5 ਸਿੰਘ ਸਾਹਿਬਾਨ ਨੇ, ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣਾ ਫੈਸਲਾ ਜਿਹੜਾ ਵਾਪਸ ਲੈਣ ਤੇ 31 ਦਸੰਬਰ ਤੱਕ ਸੈਂਟਰ ਗਵਰਨਮੈਂਟ ਨੂੰ ਕਿਹਾ ਹੈ ਕਿ ਤੁਸੀਂ ਉਸ ਬਾਰੇ ਫੈਸਲਾ ਜਿਹੜਾ ਕਰਨਾ ਹੈ ਔਰ ਉਹਦੇ ਲਈ ਜਿਹੜਾ ਵਫਦ ਬਣਾਇਆ ਕਿ ਉਹ ਜਾ ਕੇ ਸੈਂਟਰ ਸਰਕਾਰ ਨਾਲ ਗੱਲ ਕਰੇ। ਹੁਣ ਜੋਸ਼ੀ ਸਾਹਿਬ ਜਿਹੜੇ ਬੀਜੇਪੀ ਦੇ ਬੁਲਾਰੇ ਨੇ, ਮੇਰੇ ਪਰਮ ਮਿੱਤਰ ਨੇ, ਉਹ ਵੇਖੋ ਗੱਲ ਜਿਹੜੀ ਕਰ ਰਹੇ ਆ ਬੜੇ ਅਣਜਾਣ ਜੇ ਬਣ ਕੇ, ਉਹ ਗੋਲਮੋਲ ਜੀ ਗੱਲ ਕਰ ਗਏ ਆ ਮੇਰੇ ਹੱਥ ਦੇ ਵਿੱਚ ਨੋਟੀਫਿਕੇਸ਼ਨ ਦੀ ਕਾਪੀ ਏ, ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਜਿਹੜਾ ਬਰਥ ਐਨਵਰਸਰੀ ਦੇ ਮੌਕੇ ਤੇ ਗੁਰੂ ਨਾਨਕ ਦੇਵ ਜੀ ਸਪੈਸ਼ਲ ਐਡਮਿਸ਼ਨ ਜਿਹੜੀ ਹੈ ਅਤੇ ਰਿਲੀਜ਼ ਜਿਹੜੇ ਪ੍ਰਿਜ਼ਨਰ ਬਾਰੇ ਇਹਨਾਂ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਔਰ ਉਸ ਦੇ ਵਿੱਚ ਬਕਾਇਦਾ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਿਹੜੇ 8 ਹੋਰ ਬੰਦੀ ਸਿੰਘ ਸੀ ਉਹਨਾਂ ਦਾ ਜ਼ਿਕਰ ਕਰਕੇ ਬਕਾਇਦਾ ਨਾਮ ਨੇ, ਆ ਮੇਰੇ ਕੋਲ 3-4 ਸਫੇ ਦਾ ਉਹ ਸਾਰਾ ਨੋਟੀਫਿਕੇਸ਼ਨ ਦੀ ਕਾਪੀ ਹੈ, ਜਿਹਦੇ ਵਿੱਚ ਬਕਾਇਦਾ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਕਰਕੇ ਔਰ ਉਹਨਾਂ ਦੇ ਬਕਾਇਦਾ ਭਾਈ ਬਲਵੰਤ ਸਿੰਘ ਰਾਜੋਆਣਾ ਸਨ ਆਫ ਸਰਦਾਰ ਮਲਕੀਤ ਸਿੰਘ, ਏਜ 55 ਈਅਰ, ਵਿਜੀ ਆਪਣੇ ਵਿਲੇਜ ਰਾਜੋਆਣਾ, ਬਕਾਇਦਾ ਸਾਰਾ ਐਡਰੈਸ ਪਾ ਕੇ ਬਕਾਇਦਾ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਧਰਾਵਾਂ ਲੱਗੀਆਂ, ਜਿਹੜੀਆਂ ਇਹ ਕਹਿੰਦੇ ਆ 302 307 120 IPC, ਇਹ ਸਾਰੀਆਂ ਧਰਾਵਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਜਿਹੜੀ ਹੈ, ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਬਦਲਣ, ਉਮਰ ਕੈਦ ਵਿੱਚ ਤਬਦੀਲ ਕਰਨ ਲਈ ਆ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਹੱਥ ਦੇ ਵਿੱਚ ਹੈ। ਹੁਣ ਅਗਲੀ ਗੱਲ ਇਹ ਆ, ਅਗਲੀ ਗੱਲ ਇਹਨਾਂ ਨੇ ਇੱਕ ਹੋਰ ਨਵੀਂ ਗੱਲ ਕਰ ਦਿੱਤੀ ਰਵਨੀਤ ਬਿੱਟੂ ਹੋਰਾਂ ਦੀ, ਕਿ ਰਵਨੀਤ ਸਿੰਘ ਬਿੱਟੂ ਜਿਹੜੇ ਆ ਮੈਂਬਰ ਪਾਰਲੀਮੈਂਟ ਨੇ, ਜਾਂ ਉਹਨਾਂ ਦਾ ਪਰਿਵਾਰ ਹੈ, ਗੁਰਕੀਰਤ ਸਿੰਘ ਕੋਟਲੀ ਨੇ ਜਾਂ ਗੁਰਕਮਲ ਕੌਰ ਜਿਹੜੇ ਬਿਆੰਸੋਂ ਦੀ ਧੀ ਨੇ, ਉਹਨਾਂ ਦਾ ਇਤਰਾਜ਼ ਤੁਸੀਂ ਦੇਖੋ। ਰਾਜੀਵ ਗਾਂਧੀ ਦੇ ਕਾਤਲਾਂ ਦੇ ਵਿੱਚ ਬਕਾਇਦਾ ਪਰਿਵਾਰ ਆਇਆ, ਮੰਨਦੇ ਆ ਇਹ ਗੱਲ, ਲੇਕਿਨ ਤੁਸੀਂ ਦੇਖੋ ਬਿਲਕਸ ਬਾਨੋ ਵਾਲੇ ਕੇਸ ਦੇ ਵਿੱਚ ਜਿਹੜੇ ਆ ਦੋਸ਼ੀ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਗਰਮੀਤ ਰਾਮ ਰਹੀਮ ਨੂੰ 185 ਦਿਨ ਦੀ ਲਗਾਤਾਰ ਪੈਰੋਲ ਦੇਣ ਵੇਲੇ ਕਿਹੜੇ ਜਿਹੜੇ ਉਹ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੈ, ਉਹ ਉਹਨਾਂ ਨੂੰ ਕਾਤਲ ਮੰਨਿਆ ਗਿਆ ਅਦਾਲਤ ਵੱਲੋਂ ਛਤਰਪਤੀ ਦੇ ਕੇਸ ਦੇ ਵਿੱਚ ਜਾਂ ਦੂਸਰੇ ਕੇਸਾਂ ਦੇ ਵਿੱਚ, ਕਿ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਉਹਨੂੰ ਛੱਡਦੇ ਆ ਗਰਮੀਤ ਰਾਮ ਰਹੀਮ ਨੂੰ, ਜਦੋਂ ਉਹਨੂੰ ਵਾਰ-ਵਾਰ 5 ਵਾਰ 185 ਦਿਨ ਦੀ ਪੈਰੋਲ ਦਿੱਤੀ ਗਈ ਹੈ। ਸੈਂਟਰ ਸਰਕਾਰ ਜਾਂ ਹਰਿਆਣਾ ਸਰਕਾਰ ਦੀ ਰਜਾਮੰਦੀ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਰਿਹਾ ਕਰਦਾ। ਫਿਰ ਅੱਗੇ ਆ ਜਾਓ ਕਿ ਰਵਨੀਤ ਸਿੰਘ ਬਿੱਟੂ ਦੀ ਤੁਹਾਡੇ ਕੋਲ ਗੌਰਵ ਜੀ, ਤੁਹਾਡੇ ਕੋਲ ਕੋਈ ਵੀਡੀਓ ਫੁਟੇਜ ਪਈ ਹੋਵੇਗੀ, ਜੰਤਰ ਮੰਤਰ ਦੇ ਉੱਤੇ ਬੈਠ ਕੇ ਉਹਨਾਂ ਨੇ, ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਹਨਾਂ ਨੇ ਪਬਲਿਕਲੀ ਕਿਹਾ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅਰੋੜਾ ਨਹੀਂ ਬਣੇਗਾ। ਉਹ ਬਿਲਕੁਲ ਉਹਨਾਂ ਦੀ ਰਿਹਾਈ ਲਈ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ, ਮੈਂ ਬਿੱਟੂ ਕਹਿੰਦੇ ਸੀ, ਮੈਂ ਅਪੀਲ ਕਰਦਾ ਕਿ ਤੁਸੀਂ ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ
ਉਹਦਾ ਫੈਸਲਾ ਕਰ ਦਿਓ। ਕੀ ਹੁਣ ਬਿੱਟੂ ਜੀ ਦੱਸਣਗੇ ਕਿ ਉਹ ਰਾਜਨੀਤਿਕ ਫੈਸਲਾ ਸੀ ਕਿ ਰਾਜਨੀਤਿਕ ਬਿਆਨਬਾਜ਼ੀ ਸੀ? ਉਸ ਬਿਆਨ ਤੋਂ ਜਿੱਥੇ ਨੋਟੀਫਿਕੇਸ਼ਨ ਤੋਂ ਕੇਂਦਰ ਸਰਕਾਰ ਬਦਲ ਰਹੀ ਹੈ ਉੱਥੇ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਆਪਣਾ ਪੱਖ ਮੈਂ ਇਸ ਕਰਕੇ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਉਹ ਮੈਨੂੰ ਉਮੀਦ ਹੈ ਕਿ ਹੁਣ ਤੱਕ ਪਹੁੰਚ ਜਾਏਗਾ। ਇਨਫੈਕਟ ਰਵਨੀਤ ਬਿੱਟੂ ਨੂੰ ਅਸੀਂ ਡਾਇਰੈਕਟ ਇਸ ਪੂਰੇ ਮੁੱਦੇ ਉੱਤੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਸ ਇਸ ਪੂਰੇ ਕੇਸ ਦੇ ਵਿੱਚ ਕਹਿੰਦੇ ਨੇ ਉਹ ਵਾਰ-ਵਾਰ ਕਿ ਨਹੀਂ ਤੁਹਾਨੂੰ ਉਂਝ ਯਾਦ ਹੈਗਾ ਨਾ ਜੀ ਗੌਰਵ ਜੀ, ਚਰਚਾ ਬਹੁਤ ਛਿੜੀ ਹੈ ਉਸ ਸਮੇਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਪਰ ਗੱਲ ਦੇਖੋ ਇਹ ਹੈ ਨਾ ਕਿ ਪੋਲੀਟੀਕਲ ਤੌਰ ਦੇ ਉੱਤੇ ਦਿੱਤੀਆਂ ਗਈਆਂ ਸਟੇਟਮੈਂਟਸ ਹੁਣ ਉਸ ਤੋਂ ਬਾਅਦ ਜੇਕਰ ਕੋਈ ਪਟੀਸ਼ਨ ਲੈ ਕੇ ਪਹੁੰਚ ਗਏ ਤਾਂ ਫਿਰ ਮੈਂ ਤਾਂ ਉਹੀ ਗੱਲ ਕਹਿ ਰਿਹਾ ਸਰ ਕਿ ਜੇ ਪਟੀਸ਼ਨ ਲੈ ਕੇ ਪਹੁੰਚ ਗਏ ਤਾਂ ਫਿਰ ਤੁਸੀਂ ਉਸ ਬਿਆਨ ਨੂੰ ਥੋੜੀ ਆਧਾਰ ਬਣਾ ਲਓਗੇ। ਗੱਲ ਸੁਣੋ ਗੌਰਵ ਜੀ, ਉਹ ਮੈਂਬਰ ਪਾਰਲੀਮੈਂਟ ਨੇ, ਬੜੇ ਜ਼ਿੰਮੇਵਾਰ ਨੇ, 3 ਵਾਰ ਉਹ ਮੈਂਬਰ ਪਾਰਲੀਮੈਂਟ ਬਣੇ ਨੇ, ਨੁਮਾਇੰਦਗੀ ਕਰ ਰਹੇ ਨੇ ਲੁਧਿਆਣੇ ਤੋਂ। ਦੂਸਰੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਤਾਂ ਪੋਲੀਟੀਕਲ ਉਹਨਾਂ ਦੀ ਤਾਂ ਬੜੀ ਇੱਕ ਅਹਿਮੀਅਤ ਵਾਲਾ ਬਿਆਨ ਹੈ। ਉਹਨਾਂ ਨੇ 550 ਸਾਲਾਂ ਤੇ ਜਦੋਂ ਪੂਰੀ ਦੁਨੀਆ ਦਾ ਧਿਆਨ ਜਿਹੜਾ ਪ੍ਰਧਾਨ ਮੰਤਰੀ ਦੇ ਬਿਆਨ ਵੱਲ ਸੀ ਉਦੋਂ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਔਰ ਇਸੇ ਤਰ੍ਹਾਂ ਹੋਮ ਮਿਨਿਸਟਰ ਸਾਹਿਬ ਦਾ ਬਿਆਨ ਆਇਆ। ਤੇ ਇਹ ਜਿਹੜੇ ਬਿਆਨ ਨੇ ਇਹ ਅੱਜ ਨੋਟੀਫਿਕੇਸ਼ਨ ਦੇ ਬਾਰੇ ਕਿਉਂ ਨਹੀਂ ਬੋਲ ਰਹੇ? ਜਿਹੜਾ ਸਾਡੇ ਦੇਖੋ ਜਿਹੜੀ ਚਿੱਠੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਮੇਰੇ ਹੱਥ ਦੇ ਵਿੱਚ ਵੀ ਹੈ, ਜਿਹੜੀ ਤੁਸੀਂ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਲਿਖੀ ਗਈ ਚਿੱਠੀ ਦਾ ਜ਼ਿਕਰ ਕਰ ਰਹੇ ਹੋ। ਮੈਂ ਇਸ ਚਿੱਠੀ ਦਾ ਇਨਫੈਕਟ ਆਪਾਂ ਇੱਕ ਦਿਨ ਪਹਿਲਾਂ ਵੀ ਜਿਹੜੀ ਪੂਰੀ ਡਿਬੇਟ ਕੀਤੀ ਹੈ ਉਸ ਦੇ ਵਿੱਚ ਵੀ ਮੈਂ ਵਾਰ-ਵਾਰ ਜ਼ਿਕਰ ਕੀਤਾ ਸੀ। ਤੁਸੀਂ ਜੇ ਪੜ੍ਹ ਸਕਦੇ ਹੋ ਤਾਂ ਚਿੱਠੀ ਦੇ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਦੇ ਵੱਲੋਂ ਲਿਖੀ ਗਈ ਹੈ, ਅਲੱਗ-ਅਲੱਗ ਜਿਹੜੇ ਚੀਫ ਸੈਕਟਰੀਜ਼ ਨੇ ਜਿਵੇਂ ਪੰਜਾਬ ਦੇ, ਗੁਜਰਾਤ ਦੇ, ਹਰਿਆਣਾ ਦੇ, ਕਰਨਾਟਕ ਦੇ ਜੋ ਵੀ ਸਟੇਕ ਹੋਲਡਰ ਇਹਦੇ ਵਿੱਚ ਸੀਗੇ, ਇਸ ਦੇ ਵਿੱਚ ਪੁਆਇੰਟ ਨੰਬਰ 9 ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਜਿਸ ਦੇ ਵਿੱਚ ਲਿਖਿਆ ਹੈ ਕਿ ਹੀ ਹੈਜ਼ ਨੋ ਫੇਥ ਇਨ ਜੁਡੀਸ਼ਰੀ ਆਫ ਦਿਸ ਕੰਟਰੀ। ਕਿਉਂਕਿ ਉਹ ਇੱਕ ਤਰਕ ਦਿੱਤਾ ਗਿਆ ਹੈ ਕਿ ਰਾਜੋਆਣਾ ਦੇਸ਼ ਦੇ ਸੰਵਿਧਾਨ ਦੇ ਵਿੱਚ ਕੋਈ ਜਿਹੜਾ ਵਿਸ਼ਵਾਸ ਨਹੀਂ ਰੱਖਦੇ ਤੇ ਉਹਨਾਂ ਨੇ ਆਪਣੇ ਕ੍ਰਾਈਮ ਨੂੰ ਕਬੂਲ ਕੀਤਾ ਕਿ ਹਾਂ ਮੈਂ ਜੁਰਮ ਕਬੂਲ ਕੀਤਾ ਹੈ। ਉਸ ਦੇ ਵਿੱਚ ਇਹ ਵੀ ਮੈਂਸ਼ਨ ਕਰ ਦਿੱਤਾ ਗਿਆ ਕਿ ਰਾਜੋਆਣਾ ਨੇ ਹੁਣ ਤੱਕ ਕੋਈ ਵੀ ਮਰਸੀ ਪਟੀਸ਼ਨ ਨਹੀਂ ਪਾਈ ਹੈ। ਤਾਂ ਗੱਲ ਇਹ ਅਸੀਂ ਇੱਕ ਦਿਨ ਪਹਿਲਾਂ ਵੀ ਆਪਾਂ ਕਰ ਰਹੇ ਸੀ ਕਿ ਘੁੰਡੀ ਜਾ ਕੇ ਕਿੱਥੇ ਅੜ ਜਾਂਦੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ। ਪੀਰ ਮੁਹੰਮਦ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ ਪਲੀਜ਼। ਮੈਂ ਇੱਕ ਵਾਰ ਰੁਕ ਕਰਦਾ। ਖੁਸ਼ਹਾਲ ਸਿੰਘ ਜੀ ਸਾਡੇ ਨਾਲ ਨੇ। ਖੁਸ਼ਹਾਲ ਸਿੰਘ ਜੀ ਦੇਖੋ ਮੈਂ ਅਗਲੇ ਪੁਆਇੰਟ ਤੋਂ ਤੁਹਾਡੇ ਕੋਲ ਆਉਣਾ। ਜਿਹੜੇ ਕਿਰਨਜੋਤ ਕੌਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਬਹੁਤ ਅਹਿਮ ਹੈ। ਥੋੜਾ ਜਿਹਾ ਪ੍ਰੈਕਟੀਕਲ ਵੀ ਕਈ ਚੀਜ਼ਾਂ ਨੂੰ ਸੋਚਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਦੇ ਬਿਆਨ ਨੂੰ ਜੇ ਬਹੁਤ ਪ੍ਰੈਕਟੀਕਲ ਸੋਚਿਆ ਜਾਵੇ ਜਾਂ ਸਮਝਿਆ ਜਾਵੇ, ਉਹ ਆਪਣੇ ਬਿਆਨ ਦੇ ਵਿੱਚ ਕਹਿ ਰਹੇ ਨੇ ਕਿ ਪਤਾ ਨਹੀਂ ਕੌਣ ਰਾਜੋਆਣਾ ਨੂੰ ਸਲਾਹਾਂ ਦੇ ਰਿਹਾ ਹੈ ਕਿ ਫੈਸਲਾ ਸਰਕਾਰ ਨਹੀਂ ਕਰ ਰਹੀ ਤੇ ਗੁੱਸਾ ਸ਼੍ਰੋਮਣੀ ਕਮੇਟੀ ਤੇ ਕਿਸ ਗੱਲ ਦਾ, ਕਿ ਇਸ ਨਜ਼ਰੀਏ ਨਾਲ ਸੋਚਿਆ ਜਾਵੇ ਕਿ ਰਾਜੋਆਣਾ ਉਸ ਤਰੀਕੇ ਨਾਲ ਜਾਂ ਉਹਨਾਂ ਦਾ ਪਰਿਵਾਰ ਨਹੀਂ ਸੋਚ ਰਿਹਾ ਕਿ ਵਾਕਈ ਇਸ ਐਂਗਲ ਤੋਂ ਵੀ ਸੋਚਣ ਦੀ ਜ਼ਰੂਰਤ ਹੈ ਕਿ ਐਸਜੀਪੀਸੀ ਦਾ ਕੀ ਕਸੂਰ ਜਾਂ ਅਕਾਲੀ ਦਲ ਦਾ ਕੀ ਕਸੂਰ। ਉਹ ਤਾਂ ਕੋਸ਼ਿਸ਼ ਕਰ ਰਹੇ ਨੇ, ਉਹ ਤਾਂ 26 ਲੱਖ ਦਸਤਖਤ ਕਰਵਾ ਕੇ ਰਾਜਪਾਲ ਦੇ ਕੋਲ ਪਹੁੰਚ ਗਏ। ਕਿ ਇਹ ਬਹੁਤ ਜਿਹੜੀਆਂ ਕੋਸ਼ਿਸ਼ਾਂ ਨੇ ਬਹੁਤ ਨੇ ਜਾਂ ਫਿਰ ਨਹੀਂ, ਕਿ ਉਸ ਤਰੀਕੇ ਦੀ ਕੋਸ਼ਿਸ਼ ਨਹੀਂ ਹੈ ਜਿਸ ਤਰੀਕੇ ਦੀ ਹੋਣੀ ਚਾਹੀਦੀ ਸੀ। ਮੈਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕਰ ਰਿਹਾ, ਮੈਂ ਹੁਣ ਵੀ ਕਰ ਰਿਹਾ ਕਿ ਜਿਹੜੇ ਕੇਸ ਨੂੰ ਪੈਰਵੀ ਕਰਨ ਵਾਸਤੇ ਦੇਸ਼ ਦੇ ਟੌਪ ਜਿਹੜੇ ਵਕੀਲ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਮੁਕੁਲ ਰੋਹਤਗੀ, ਉਹਨਾਂ ਨੂੰ ਹਾਇਰ ਕੀਤਾ ਗਿਆ। ਹੋਰ ਕੀ ਕਰੇ ਐਸਜੀਪੀਸੀ? ਹਾਂ ਗੌਰਵ ਜੀ, ਜਿਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਕਿਰਨਜੋਤ ਨੇ ਬਿਆਨ ਦਿੱਤਾ ਹੈ ਉਹਦੀ ਭਰਪੂਰ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਕਿ ਇਹ ਬਿਆਨ ਉਹਨੂੰ ਇਸ ਮੌਕੇ ਨਹੀਂ ਸੀ ਦੇਣਾ ਚਾਹੀਦਾ। ਕਿਉਂਕਿ ਰਾਜੋਆਣਾ ਸਾਹਿਬ ਨੇ ਆਪਣੇ ਸ਼ੁਰੂ ਤੋਂ ਕਦੀ ਵੀ ਮੰਗ ਨਹੀਂ ਕੀਤੀ ਕਿ ਮੈਨੂੰ ਰਿਹਾ ਕਰਾਓ, ਮੈਨੂੰ ਤੁਸੀਂ ਇਹ ਕੋਈ ਕਿਸੇ ਕਿਸਮ ਦੀ ਸਹਾਇਤਾ ਦਿਓ ਜੀ। ਇਹ ਕਦੀ ਉਹਨਾਂ ਨੇ ਰਾਜੋਆਣਾ ਸਾਹਿਬ ਦੀ ਮੰਗ ਨਹੀਂ ਸੀ। ਜਦੋਂ ਕਿਸੇ ਅਕਾਲੀ ਲੀਡਰ ਨੇ, ਕਿਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਧਾਰਮਿਕ ਲੀਡਰ ਨੇ ਉਹਨਾਂ ਦੇ ਹੱਕ 'ਚ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਨਹੀਂ ਕੀਤੀ। ਲੋਕ ਆਪ ਮੁਹਾਰੇ 2012 ਦੇ ਵਿੱਚ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਲੋਕ ਸੜਕਾਂ ਤੇ ਆ ਗਏ, ਘਰਾਂ ਤੋਂ ਬਾਹਰ ਆ ਗਏ। ਤਾਂ ਸਰਕਾਰ ਨੇ ਪੰਜਾਬ ਦੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਆ ਨੂੰ ਅਪੀਲ ਕੀਤੀ ਤੇ ਉਹ ਜਿਹੜੀ ਆ ਪਟੀਸ਼ਨ, ਉਹ ਮਰਸੀ ਪਟੀਸ਼ਨ ਪਈ ਹੈ। ਤੇ ਉਹ ਮਰਸੀ ਪਟੀਸ਼ਨ ਤੋਂ ਲੈ ਕੇ ਅੱਜ ਤੋਂ 12 ਤੋਂ ਲੈ ਕੇ ਹੁਣ ਤੱਕ ਜਿਹੜਾ ਸਮਾਂ ਆ 23 ਤੱਕ ਦਾ, ਇਸ ਸਮੇਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਉਹ ਪਟੀਸ਼ਨ ਹੈ ਜਾਂ ਸ਼੍ਰੋਮਣੀ ਕਮੇਟੀ ਪਟੀਸ਼ਨ ਹੈ, ਉਹਦੇ ਕਰਕੇ ਉਹ ਚੱਕੀਆਂ ਦੇ ਵਿੱਚ, ਜੇਲ੍ਹ ਚੱਕੀਆਂ 'ਚ ਬੰਦ ਹੈ। ਗੌਰਵ ਸ਼ਿਵਤਾ ਜੀ, ਤੁਸੀਂ ਸਾਰੇ ਬੜੇ ਵਿਦਵਾਨ ਸੱਜਣ ਹੋ, ਕਦੀ ਦੱਸੋ ਕਿ ਭਾਰਤ ਵਿੱਚ ਕੋਈ ਹੋਰ ਤੁਹਾਡੇ ਕੋਲ ਉਦਾਹਰਨ ਹੈਗੀ ਆ ਕਿਸੇ ਮਿਨੋਰਟੀ ਦਾ ਬੰਦਾ ਕੋਈ ਇਸ ਤਰ੍ਹਾਂ ਇੰਨੇ ਸਾਲ ਫਾਂਸੀ ਦੀ ਕੋਠੜੀ ਦੇ ਵਿੱਚ ਬੰਦ ਹੋਵੇ?
ਜੰਮੂ ਕਸ਼ਮੀਰ ਦੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਜੀ। ਹਦਾਇਤ ਦੇ ਕੇ ਕਿ ਤੁਸੀਂ 2 ਸਜ਼ਾਵਾਂ ਕਿਸੇ ਬੰਦੇ ਨੂੰ ਰੋਜ਼ ਮੌਤ ਨਹੀਂ ਮਾਰ ਸਕਦੇ, ਤੁਸੀਂ ਫਾਂਸੀ ਦੇਣਾ ਤੇ ਦਿਓ। ਠੀਕ ਹੈ। ਰਾਜੋਆਣਾ ਸਾਹਿਬ ਨੇ ਕਦੋਂ ਕਿਹਾ ਫਾਂਸੀ ਨਾ ਦਿਓ? ਤੁਸੀਂ ਆਪਣੇ ਪੰਜਾਬ ਦੇ ਜਾਂ ਭਾਰਤ ਦੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਸਿਆਸੀ ਜਿਹੜੇ ਤੁਹਾਡੇ ਮਸਲੇ ਆ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਫੈਸਲਾ ਲਿਆ ਆ। ਇਹ ਅਕਾਲੀ ਦਲ ਦੇ ਨੂੰ ਉਸ ਵੇਲੇ ਵਾਰਾ ਖਾਂਦਾ ਸੀਗਾ ਕੇਸ ਨੂੰ ਜਿਹੜਾ ਅੱਗੇ ਪਾਇਆ ਜਾਵੇ, ਤੇ ਉਸ ਤੋਂ ਬਾਅਦ ਕਿਸੇ ਪਾਰਲੀਮੈਂਟ ਮੈਂਬਰ ਨੇ, ਕਿਸੇ ਰਾਜ ਸਭਾ ਦੇ ਮੈਂਬਰ ਨੇ ਕੀ ਯਤਨ ਕੀਤੇ ਉਹਨਾਂ ਨੂੰ ਛਡਾਉਣ ਲਈ? ਕਿੰਨੇ ਕੁ ਯਤਨ ਹੋਏ? ਤੇ ਦੂਸਰੀ ਗੱਲ ਹੈ ਕਿ ਲਾਮਬੰਦੀ ਜਿਹੜੀ ਆ ਪੋਲੀਟੀਕਲ ਪਾਰਟੀਆਂ ਨੇ ਕਰਨੀ ਹੁੰਦੀ ਆ ਕਿਸੇ, ਕਿਉਂ ਅੱਜ ਦੀ ਪੋਜੀਸ਼ਨ ਦੇ ਵਿੱਚ ਅਕਾਲੀ ਦਲ ਬਾਰਗੇਨ ਪਾਵਰ ਹੈ ਜਿਹੜੀ ਉਹ ਬਹੁਤ ਘਟਾ ਚੁੱਕਿਆ ਆ। ਉਹਦੇ ਕੋਲ ਐਵੇਂ ਦੀ ਸਮਰੱਥਾ ਨਹੀਂ, ਸਤਾ ਨਹੀਂ ਕਿ ਉਹ ਫੈਸਲਾ ਕਰ ਸਕੇ। ਤਾਂ ਇਸ ਵਾਸਤੇ ਅੱਜ ਜਿਹੜਾ ਬੀਬੀ ਜੀ ਨੂੰ ਰਾਜੋਆਣਾ ਦੀ ਬਜਾਏ ਜਿਹੜਾ ਹੁਣ ਤੱਕ ਦਾ ਫੈਸਲਾ ਲਮਕਿਆ ਆ ਉਹਦੇ ਵਿੱਚ 2012 ਤੋਂ ਲੈ ਕੇ ਅਕਾਲੀ ਦਲ ਦੀ ਵੱਡੀ ਪਾਵਰ ਸੀ ਪੋਲੀਟੀਕਲੀ, ਉੱਥੇ ਉਹ ਸੈਂਟਰ ਵਿੱਚ ਵੀ ਸੀ, ਸਟੇਟ ਵਿੱਚ ਵੀ ਸੀ। ਉਦੋਂ ਉਹਦਾ ਜਿਹੜਾ ਰੋਲ ਹੈ ਉਹ ਇਸ ਕਿਸਮ ਦਾ ਨਹੀਂ ਰਿਹਾ ਕਿ ਰਾਜੋਆਣਾ ਸਾਹਿਬ ਦੀ ਰਿਹਾਈ ਹੋ ਸਕੇ। ਹੁਣ ਜਿਹੜਾ ਮਸਲਾ ਹੈਗਾ ਕਿ ਸੁਪਰੀਮ ਕੋਰਟ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਇਹਦੇ ਵਿੱਚ ਕੋਈ ਅੜਚਨ ਨਹੀਂ, ਇਹ ਪੋਲੀਟੀਕਲ ਕੈਬਨਿਟ ਨੇ ਫੈਸਲਾ ਲੈਣਾ। ਸੁਪਰੀਮ ਕੋਰਟ ਨੇ ਕਿਹਾ ਇਹ ਕਿੱਥੇ ਰਵਨੀਤ ਦੇ ਪਰਿਵਾਰ ਕੋਲ ਜਾਂ ਕਿਸੇ ਹੋਰ ਪਰਿਵਾਰ ਕੋਲ ਲੈਣਾ ਕਿ ਕਿਸ਼ੋਰੀ ਰਾਮ ਦਾ ਜਿਹੜਾ ਫੈਸਲਾ ਸੀਗਾ ਉਹਦੇ ਪਰਿਵਾਰ ਤੋਂ ਪੁੱਛ ਕੇ ਉਹਨੂੰ ਬਰੀ ਕੀਤਾ ਗਿਆ। ਕਿਤੇ ਹਿੰਦੁਸਤਾਨ ਦੇ ਵਿੱਚ ਬਿਲਕਿਸ ਬਾਨੋ ਦਾ ਕੇਸ ਹੈ ਜਾਂ ਤੁਸੀਂ ਤਾਮਿਲਨਾਡੂ ਵਾਲਾ ਕੇਸ ਹੈਗਾ, ਕਿਸੇ ਵਿੱਚ ਪਰਿਵਾਰ ਨੂੰ, ਇਹ ਤਾਂ ਤੁਸੀਂ ਦੇਸ਼ ਦੇ ਵੱਡੇ ਇੰਟਰਸਟ ਨੇ, ਕੋਈ ਰਾਜੋਆਣਾ ਦਾ ਪਰਸਨਲ ਮਸਲਾ ਨਹੀਂ ਸੀ, ਪਰਸਨਲ ਦੁਸ਼ਮਣੀ ਨਹੀਂ ਸੀ ਉਹਦੇ ਨਾਲ। ਅੱਜ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਪੰਜਾਬ ਵਿੱਚ ਅਮਨ ਸ਼ਾਂਤੀ, ਦੇਸ਼ ਵਿੱਚ ਅਮਨ ਸ਼ਾਂਤੀ, ਭਾਈਚਾਰਾ ਬਣਾਉਣ ਵਿੱਚ ਅੱਜ ਜਿਹੜਾ ਤੁਸੀਂ ਇੱਕ ਵੱਡੀ ਮਿਨੋਰਟੀ ਹੈ ਜਿਹਦਾ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅੱਜ ਵੀ 7 ਜਿਹੜੀਆਂ ਲਾਸ਼ਾਂ ਨੇ ਭਾਰਤ ਨੂੰ ਜਿਹੜੇ ਬੰਦੇ ਸੁਰੱਖਿਅਤ ਕਰਦੇ ਆ ਉਹ ਪੰਜਾਬ ਦੇ ਹੁੰਦੇ ਆ, ਪੰਜਾਬ ਦੀਆਂ ਕੁਰਬਾਨੀਆਂ, ਪੰਜਾਬ ਢਿੱਡ ਭਰ ਰਿਹਾ, ਦੁਨੀਆ ਦੇ ਉੱਤੇ ਸੰਕਟ ਅਨਾਜ ਦਾ ਆ, ਤੇ ਉੱਥੇ ਪੰਜਾਬ ਖੜਾ ਆ ਤੇ ਪੰਜਾਬ ਦੇ ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਬਹੁਤ ਡਿਟੇਲ ਦੇ ਵਿੱਚ ਗੱਲਾਂ ਰੱਖੀਆਂ ਨੇ, ਬਹੁਤ ਅਹਿਮ ਨੇ। ਦੇਖੋ ਪੀਰ ਮੁਹੰਮਦ ਸਾਹਿਬ ਇਸ ਦੇ ਉੱਤੇ ਲਾਜ਼ਮੀ ਤੌਰ ਤੇ ਰਿਐਕਟ ਕਰਨਗੇ। ਹੁਣ ਗੱਲ ਇਹੀ ਹੈ, ਵਾਰ-ਵਾਰ ਉੱਠ ਕੇ ਆਉਂਦੀ ਹੈ ਕਿ 2014 ਤੋਂ ਲੈ ਕੇ ਖਾਸ ਤੌਰ ਤੇ 2017 ਤੱਕ ਸਟੇਟ 'ਚ ਵੀ ਸਰਕਾਰ ਸੀ ਤੇ ਸੈਂਟਰ ਦੀ ਸਰਕਾਰ ਦੇ ਵਿੱਚ ਵੀ ਭਾਈਵਾਲ ਸੀ ਅਕਾਲੀ ਦਲ। ਤਾਂ ਉਸ ਸਮੇਂ ਕੀ ਇਹ ਵਾਕਈ ਫੈਸਲਾ ਨਹੀਂ ਕਰਵਾਇਆ ਜਾ ਸਕਦਾ ਸੀ? ਕਿਉਂਕਿ ਉਸ ਸਮੇਂ ਜੋ ਤੁਸੀਂ ਕਿਹਾ ਕਿ ਬਾਰਗੇਨਿੰਗ ਦੀ ਪਾਵਰ ਬਹੁਤ ਸੀ ਅਕਾਲੀ ਦਲ ਦੇ ਕੋਲ, ਸ਼ਾਇਦ ਅੱਜ ਉਨੀ ਨਹੀਂ ਹੋਵੇ। ਮੈਂ ਪੀਰ ਮੁਹੰਮਦ ਸਾਹਿਬ ਤੋਂ ਲਵਾਂਗਾ ਜਵਾਬ, ਪਰ ਪਹਿਲਾਂ ਮੈਂ ਸੰਧੂ ਸਾਹਿਬ ਦਾ ਰੁਖ ਕਰਦਾ। ਸਾਡੇ ਨਾਲ ਸੀਨੀਅਰ ਐਡਵੋਕੇਟ ਜੁੜੇ ਹੋਏ ਨੇ। ਸੰਧੂ ਸਾਹਿਬ ਦੇਖੋ, ਪਹਿਲਾ ਸਵਾਲ ਮੇਰਾ ਇਹ ਹੈ, ਮਰਸੀ ਪਟੀਸ਼ਨ ਦਾ ਮਤਲਬ ਕੀ ਕੱਢਿਆ ਜਾਵੇ? ਲੋਕ ਸਮਝਣਾ ਚਾਹੁੰਦੇ ਹੋਣਗੇ ਮਰਸੀ ਪਟੀਸ਼ਨ ਜਿਹੜੀ ਅਪੀਲ ਵਾਲੀ ਕੋਈ ਪਟੀਸ਼ਨ ਹੈ ਕਿ ਜੇਕਰ ਜੋ ਸਜ਼ਾ ਕੱਟ ਰਿਹਾ ਹੈ, ਜਿਸ ਨੂੰ ਸਜ਼ਾ ਦਾ ਐਲਾਨ ਹੋਇਆ ਉਹੀ ਪਾਵੇ ਤਾਂ ਹੀ ਵੈਲਿਡ ਹੁੰਦੀ ਹੈ, ਜਾਂ ਫਿਰ ਕੋਈ ਵੀ ਪਾ ਦੇਵੇ ਉਹਨਾਂ ਦੇ ਬਿਹਾਫ ਦੇ ਉੱਤੇ, ਜਿਵੇਂ ਇੱਥੇ ਐਸਜੀਪੀਸੀ ਦੇ ਵੱਲੋਂ ਪਾ ਦਿੱਤੀ ਗਈ ਰਾਜੋਆਣਾ ਦੇ ਬਿਹਾਫ ਦੇ ਉੱਤੇ ਜਾਂ ਰਾਜੋਆਣਾ ਦੇ ਲਈ, ਕਿ ਉਹ ਨਹੀਂ ਦਮਦਾਰ ਹੁੰਦੀ? ਜਿਸ ਲੈਟਰ ਦਾ ਜ਼ਿਕਰ ਕਰ ਰਹੇ ਸੀ, ਮੈਂ ਵਾਰ-ਵਾਰ ਉਸ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਕਈ ਜਜਮੈਂਟਸ ਦੇ ਵਿੱਚ ਜ਼ਿਕਰ ਹੈ ਕਿ ਉਹਨਾਂ ਨੇ ਤਾਂ ਕੋਈ ਮਰਸੀ ਪਟੀਸ਼ਨ ਪਾਈ ਨਹੀਂ, ਕਿ ਉਹਨਾਂ ਨੂੰ ਮਰਸੀ ਜਾਂ ਉਹਨਾਂ ਨੂੰ ਕਿਉਂ ਇਸ ਤਰੀਕੇ ਨਾਲ ਸਜ਼ਾ ਉਮਰ ਕੈਦ ਦੇ ਵਿੱਚ ਬਦਲਣ ਦੀ ਗੱਲ ਹੋ ਰਹੀ ਹੈ? ਹਾਂਜੀ ਗੌਰਵ ਜੀ, ਤੁਸੀਂ ਬਿਲਕੁਲ ਸਹੀ ਹੋ। ਜਿਹੜੀ ਮਰਸੀ ਪਟੀਸ਼ਨ ਦੀ ਜਿਹਦੀ ਆਪਣੀ ਇੱਥੇ ਗੱਲ ਹੋ ਰਹੀ ਹੈ ਜੀ, ਉਹ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ 1995 ਦੇ ਵਿੱਚ ਫਾਰਮਰ ਸੀਐਮ ਪੰਜਾਬ ਦਾ ਅਸੈਸੀਨੇਸ਼ਨ ਹੋਇਆ। ਠੀਕ ਹੈ। 2007 ਦੇ ਵਿੱਚ ਇਹਨਾਂ ਨੂੰ ਡੈਥ ਸੈਂਟੈਂਸ ਹੋਈ ਜੀ ਵਿਦ ਸੀਬੀਆਈ ਸਪੈਸ਼ਲ ਕੋਰਟ ਨੇ। 2010 ਦੇ ਵਿੱਚ ਹਾਈ ਕੋਰਟ ਨੇ ਉਹਨੂੰ ਕਹਿਤਾ ਵੀ ਯੈਸ ਠੀਕ ਹੈ ਸਜ਼ਾ। ਫਿਰ 2012 ਦੇ ਵਿੱਚ ਐਸਜੀਪੀਸੀ ਤੇ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਇੱਕ ਮਰਸੀ ਪਟੀਸ਼ਨ ਪਾਈ ਵਿਦ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਅੰਡਰ ਆਰਟੀਕਲ 72 ਜੀ। ਹੁਣ ਜਿਹੜੀ ਮਰਸੀ ਪਟੀਸ਼ਨ ਹੈ ਜੀ ਉਹ ਆਰਟੀਕਲ 72 ਦੇ ਅੰਡਰ ਪੈਂਦੀ ਹੈ ਵਿਦ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ ਜੀ। ਇਹ ਤੋਂ ਬਾਅਦ ਇਹ ਪੈਂਦੀ ਆਪਣੇ ਗਵਰਨਰ ਸਾਹਿਬ ਕੋ ਵੀ ਅੰਡਰ ਆਰਟੀਕਲ 161, ਪਰ ਗਵਰਨਰ ਸਾਹਿਬ ਕੋ ਇੰਨੀ ਪਾਵਰ ਨਹੀਂ ਕਿ ਉਹ ਡੈਥ ਸੈਂਟੈਂਸ ਨੂੰ ਕਮਿਊਟ ਕਰ ਸਕਣ। ਸੋ ਆਰਟੀਕਲ ਜਿਹੜਾ 72 ਹੈ ਇਹ ਪਾਰਡਨ ਕਰਦਾ ਹੈ, ਰਿਪਰੀਵ ਕਰਦਾ, ਸਸਪੈਂਡ, ਰਿਮਿਟ ਔਰ ਕਮਿਊਟ। ਇਟ ਇਜ਼ ਦੀ ਪਾਵਰ ਲਾਈਜ਼ ਵਿਦ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਪਾਵਰ ਹੈ। ਠੀਕ ਹੈ। ਹੁਣ ਐਸਜੀਪੀਸੀ ਨੇ ਉਹ ਆਪਣੀ ਜੀ ਇਹਨਾਂ ਦੀ ਸੈਂਟੈਂਸ ਹੋਈ ਤੇ ਉਹ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਤੋਂ ਬਾਅਦ ਵੀ ਉਹਨਾਂ ਨੇ ਮਰਸੀ ਪਟੀਸ਼ਨ ਇਹ ਫਾਈਲ ਕਰਤੀ। ਠੀਕ ਹੈ। ਤੇ ਜਿਹੜੀ ਕਿ ਅੱਜ ਵੀ ਉੱਥੇ ਪੈਂਡਿੰਗ ਐਸ ਪਰ ਰੈਕੋਰਡ ਤੇ ਜਦ ਇਹਨਾਂ ਨੇ ਜੀ, ਮੈਂ ਰਿਕਾਰਡ ਦੇਖ ਰਿਹਾ ਸੀ ਇਹਦਾ ਵੀ 2012 ਚ ਫਾਈਲ ਕੀਤੀ ਤਾਂ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ 18 ਪਟੀਸ਼ਨਸ ਪੈਂਡਿੰਗ ਪਈਆਂ ਸੀ ਜੀ।
ਪੈਂਡਿੰਗ ਪਈਆਂ ਸੀ ਜੀ। ਠੀਕ ਹੈ। ਹੁਣ ਉਹ ਤੋਂ ਬਾਅਦ ਜਿਹੜੀ ਇਹ ਪਟੀਸ਼ਨ ਪੈਂਡਿੰਗ ਪਈ ਹੈ 2012 ਤੋਂ ਬਾਅਦ, ਫਿਰ ਤੁਸੀਂ ਗੱਲ ਕਰਦੇ ਹੋ ਕਿ 2019 ਦੀ MHA ਦੀ ਉਹ ਲੈਟਰ ਕੀ ਹੈ, ਇੱਕ ਪ੍ਰਪੋਜ਼ਲ ਹੈ ਕਿ ਅਸੀਂ ਇਦਾਂ ਦੀ ਜਿਹੜੀ ਡੈਥ ਸੈਂਟੈਂਸ ਹੈ ਉਹਨੂੰ ਅਸੀਂ ਬਿਲਕੁਲ। ਕਮਿਊਟ ਕਰ ਦਿੰਨੇ ਆ ਵਿਦ ਲਾਈਫ ਸੈਂਟੈਂਸ। ਲਾਈਫ ਮੀਨਸ ਉਹੀ ਲਾਈਫ ਸੈਂਟੈਂਸ ਜਿਹੜੀ ਆਪਣੀ ਹੈਗੀ, ਪਰ ਉਹ ਵੀ ਹਜੇ ਪੈਂਡਿੰਗ ਪਈ ਹੈ। ਠੀਕ ਹੈ। ਇੱਕ ਜ਼ਿਕਰਯੋਗ ਹੈ ਵੀ 2022 ਦੇ ਵਿੱਚ ਰਾਜੋਆਣਾ ਸਾਹਿਬ ਵੀ ਸੁਪਰੀਮ ਕੋਰਟ ਇਹਨਾਂ ਨੇ ਅਪਰੋਚ ਕੀਤਾ ਸੀ ਟੂ ਇੰਪਲੀਮੈਂਟ ਦੈਟ 2019, ਜਿਹੜਾ ਕਿ 2023 ਦੇ ਵਿੱਚ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਰਿਫਿਊਜ਼ ਕਰਤਾ ਟੂ ਐਂਟਰਟੇਨ ਦੈਟ। ਇਹ ਕੰਪਿਊਟ ਨਹੀਂ ਅਸੀਂ ਕਰਦੇ ਬਿਕੋਜ਼ ਡਿਸੀਜਨ ਲਾਈਜ਼ ਵਿਦ ਦੀ ਸੈਂਟਰਲ ਗਵਰਨਮੈਂਟ, ਐਗਜ਼ੈਕਟਿਵ ਡਿਸੀਜਨ ਹੈ। ਠੀਕ ਹੈ। ਠੀਕ ਹੈ ਜੀ, ਵੀ ਐਗਜ਼ੈਕਟਿਵ ਡਿਸੀਜਨ ਹੈ। ਠੀਕ ਹੈ। ਹੁਣ ਸੈਂਟਰਲ ਗਵਰਨਮੈਂਟ ਕੋ ਕਿਉਂ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਵੀ ਜਦ ਇੱਕ ਮਰਸੀ ਪਟੀਸ਼ਨ ਪੈਂਦੀ ਹੈ ਨਾ ਜੀ ਆਰਟੀਕਲ 72 ਦੇ ਅੰਡਰ, ਤਾਂ ਉਹ ਸਾਰੇ ਕਨਵਿਕਟਾਂ ਦੇ ਉੱਪਰ ਹੀ ਐਪਲੀਕੇਬਲ ਹੋਊਗੀ ਜੋ ਡਿਸੀਜਨ ਹੋਊਗਾ। ਠੀਕ ਹੈ। ਤੇ ਇਹਦੇ ਵਿੱਚ ਵੀ ਮੇਰੇ ਖਿਆਲ 10-12 ਜਾਣੇ ਤਾਂ ਅਕਿਊਜ਼ ਨੇ ਜੀ। ਇਹ ਕੋਈ ਵੈਸੇ ਨਾਰਮਲ ਕ੍ਰਾਈਮ ਨਹੀਂ ਹੈਗਾ। ਜੀ। ਤੇ 2023 ਚ ਆਨਰੇਬਲ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਹੜੀ ਤੁਸੀਂ ਇਹਨੂੰ ਕੰਪਿਊਟ ਕਰਨ ਦੀ ਗੱਲ ਸਾਡੇ ਕੋਲ ਕਰ ਰਹੇ ਹੋ, ਅਸੀਂ ਨਹੀਂ ਐਂਟਰਟੇਨ ਕਰਨੇ, ਇਹਨੂੰ ਸੈਂਟਰਲ ਗਵਰਨਮੈਂਟ ਕਰੇ। ਕਿਉਂਕਿ MHA ਨੇ ਉਦੋਂ ਡੈਫਰ ਕੀਤੀ ਤੇ ਸੁਪਰੀਮ ਕੋਰਟ ਦੇ ਉਹਦੀ ਸਪੋਰਟ ਵੀ ਕੀਤੀ ਮਾਨਯੋਗ ਨੇ। ਠੀਕ ਹੈ। ਵੀ ਠੀਕ ਹੈ ਤੁਸੀਂ ਡੈਫਰ ਕੀਤਾ ਬਿਕੋਜ਼ ਉਹ ਕਹਿੰਦੇ ਜੀ ਸਾਰੀਆਂ ਅਪੀਲ ਤੋਂ ਡਿਸਪੋਜ਼ ਆਫ ਹੋ ਲੈਣ ਦੋ ਜਿੰਨੀਆਂ ਕੋ-ਅਕਿਊਜ਼ਡ ਦੀਆਂ ਨੇ, ਜੀ। ਕੋਈ ਅਥਾਰਟੀਜ਼ ਕੋਲ ਨੇ, ਕੋਈ CBI ਨੇ, ਦੈਨ ਵੀਲ ਟੇਕ ਅ ਡਿਸੀਜਨ। ਆ ਉਹਨਾਂ ਦੀ ਰੀਜ਼ਨਿੰਗ ਹੈ ਅਪ ਟਿਲ ਜਿਹੜੀ ਆਪਣੀ 2023 ਮਈ ਦੀ ਜੱਜਮੈਂਟ ਤੱਕ ਜੀ। ਹੈ ਆਨਰੇਬਲ ਸੁਪਰੀਮ ਕੋਰਟ ਦੀ। ਇਹ ਹੈ ਜੀ ਮਰਸੀ ਪਟੀਸ਼ਨ। ਜੀ। ਹੁਣ ਜੇ ਮਰਸੀ ਪਟੀਸ਼ਨ ਮੰਨ ਲਓ ਰਿਫਿਊਜ਼ ਕਰ ਦਿੰਦੇ ਨੇ ਪ੍ਰੈਜ਼ੀਡੈਂਟ ਆਫ ਇੰਡੀਆ, ਜਲਦੀ ਤੋਂ ਜਲਦੀ ਕਰ ਦਿੰਦੇ ਨੇ ਕਿਤੇ, ਤਾਂ ਉਹ ਤੋਂ ਬਾਅਦ ਇੱਕ ਜੀ ਫੇਰ ਆਉਂਦੀ ਹੈ ਕਿਊਰੇਟਿਵ ਪਟੀਸ਼ਨ। ਜੀ। ਪਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਤਾਂ ਹੀ ਹਜੇ ਗੱਲ ਜਾਊਗੀ। ਬਾਕੀ ਸੁਪਰੀਮ ਕੋਰਟ ਨੇ ਜੀ 1900 ਮੇਰੇ ਖਿਆਲ 2022 ਦੇ ਵਿੱਚ 2012 ਦੇ ਵਿੱਚ ਇਹ ਵੀ ਕਿਹਾ ਸੀ ਵੀ ਡੋਂਟ ਮੇਕ ਇਟ ਅ ਪੋਲੀਟੀਕਲ ਇਸ਼ੂ। ਜੀ। ਸੋ ਇਹਦੇ ਵਿੱਚ ਕਈ ਗੌਰਵ ਜੀ ਕਈ ਇਸ਼ੂਜ਼ ਨੇ ਜਿਹੜੇ ਇਨਵੋਲਡ ਨੇ। ਮੇਰੇ ਖਿਆਲ ਨਾਲ ਹੁਣ ਕਾਲ ਇਜ਼ ਵਿਦ ਦੀ ਸੈਂਟਰਲ ਗਵਰਨਮੈਂਟ, ਕਿਉਂਕਿ ਆ ਜਿਹੜਾ ਮੈਂ ਇੱਕ ਹੋਰ ਚੀਜ਼ ਸਮਝਣੀ ਚਾਹ ਰਿਹਾ, ਉਹ ਵੀ ਕਹਿ ਰਹੇ ਵੀ ਸੈਂਟਰਲ ਗਵਰਨਮੈਂਟ। ਜੀ। ਮੈਂ ਥੋੜੇ ਹੋਰ ਐਡ ਕਰਾਂ ਕਿਉਂਕਿ ਜਿੰਨਾ ਮੈਂ ਪੜ੍ਹ ਰਿਹਾ ਸੀ ਕੇਸ ਬਾਰੇ ਕਿ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ 2007 ਦੇ ਵਿੱਚ ਟ੍ਰਾਇਲ ਕੋਰਟ ਦੇ ਵੱਲੋਂ ਰਾਜੋਆਣਾ ਸਣੇ 6 ਲੋਕਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਦੇ ਵਿੱਚ ਇੱਕ ਨਾਮ ਜਗਤਾਰ ਸਿੰਘ ਹਵਾਰਾ ਦਾ ਵੀ ਸੀ। ਸੰਧੂ ਸਾਹਿਬ ਮੈਂ ਸਮਝਣਾ ਚਾਹ ਰਿਹਾ ਹਾਂ, ਔਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇੱਕ ਪਟੀਸ਼ਨ ਅਪੀਲ ਦਾਖਲ ਕਰ ਦਿੱਤੀ ਗਈ ਮਰਸੀ ਪਟੀਸ਼ਨ, ਤੇ ਉਸ ਅਪੀਲ ਦੀ ਵਜ੍ਹਾ ਦੇ ਨਾਲ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ, ਜੋ ਮੇਰੇ ਕੋਲ ਹੈ ਇਸ ਸਮੇਂ, ਜੋ ਮੈਂ ਸਮਝ ਪਾ ਰਿਹਾ ਔਰ ਪੜ੍ਹ ਪਾ ਰਿਹਾ। ਤਾਂ ਕਿ ਜੇ ਇੱਕ ਦੇ ਉੱਪਰ ਇੰਪਲੀਮੈਂਟ ਹੋ ਗਿਆ ਤਾਂ ਕਿ ਬਾਕੀਆਂ ਦੇ ਉੱਤੇ ਵੀ ਇੰਪਲੀਮੈਂਟ ਹੋ ਜਾਏਗਾ, ਜਾਂ ਫਿਰ ਰਾਜੋਆਣਾ ਨੂੰ ਖੁਦ ਆਪਣੇ ਦਸਤਖਤਾਂ ਦੇ ਨਾਲ ਕੋਈ ਅਰਜ਼ੀ ਲਗਾਣੀ ਪਏਗੀ ਮਰਸੀ ਪਟੀਸ਼ਨ ਵਾਲੀ। ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਆਪਣੇ ਜਗਤਾਰ ਸਿੰਘ ਹਵਾਰਾ ਜੀ ਵਾਲੀ, ਆਈ ਥਿੰਕ ਉਹਨਾਂ ਦੀ ਜਿਹੜੀ ਕਮਿਊਟ ਕੀਤੀ ਆਨਰੇਬਲ ਕੋਰਟ ਨੇ ਕੀਤੀ ਹੈ ਜੀ, ਨਾ ਕਿ ਮਰਸੀ ਪਟੀਸ਼ਨ ਚ ਹੋਈ ਹੈ। ਠੀਕ ਹੈ ਨਾ ਜੀ, ਆਨਰੇਬਲ ਕੋਰਟ ਨੇ ਉਹ ਐਂਟਰਟੇਨ ਕੀਤੀ ਹੈ। ਮਰਸੀ ਪਟੀਸ਼ਨ ਹੈਜ਼ ਟੂ ਬੀ ਫਾਈਲਡ ਬਾਈ ਜਿਹੜਾ ਬੰਦਾ ਅਕਿਊਜ਼ਡ ਹੈ, ਜਿਹੜਾ ਡੈਥ ਰੋ ਕਨਵਿਕਟ ਹੈ। ਠੀਕ ਹੈ। ਆਪਣੇ ਕੇਸ ਦੇ ਵਿੱਚ ਤਾਂ ਫਾਈਲ ਹੀ SGPC ਨੇ ਕੀਤੀ ਹੈ। ਜਿਵੇਂ ਹੁਣ ਮੈਡਮ ਕਿਰਨਜੋਤ ਆਪਣੇ ਕਹਿ ਰਹੇ ਸੀ ਵੀ ਕੌਣ ਰਾਇ ਦੇ ਰਿਹਾ, ਮੇਬੀ ਵਿਦ ਦੀ ਪੈਸੇਜ ਆਫ ਟਾਈਮ ਰਾਜੋਆਣਾ ਸਾਹਿਬ ਨੂੰ ਕਿਸੇ ਨੇ ਦੱਸਿਆ ਹੋਵੇ ਕਿ ਜਿਹੜੀ ਤੁਹਾਡੀ ਪਟੀਸ਼ਨ ਪਈ ਹੈ ਇਟ ਸ਼ੁੱਡ ਬੀ ਫਰਮ ਯੂ, ਵੀ ਤੁਹਾਡੇ ਤੋਂ ਚਾਹੀਦੀ ਹੈ। ਇਹ ਤਾਂ ਇੱਕ ਥਰਡ ਪਾਰਟੀ ਪਾ ਰਹੀ ਹੈ ਉਦੋਂ ਦੀ ਗਵਰਨਮੈਂਟ ਦੇ ਕਹਿਣ ਤੇ, ਜੋ ਵੀ ਲਾਅ ਐਂਡ ਆਰਡਰ ਸੀ, ਕੋਈ ਵੀ ਰੀਜ਼ਨ ਸੀ। ਸੋ ਮਰਸੀ ਪਟੀਸ਼ਨ ਅੰਡਰ ਜਿਹੜੀ ਆਰਟੀਕਲ 72 ਹੈ ਇਟ ਸ਼ੁੱਡ ਬੀ ਫਰਮ ਦੀ ਜਿਹੜਾ ਕਿ ਡੈਥ ਰੋ ਕਨਵਿਕਟ ਹੈ ਉਹਦੇ ਵੱਲੋਂ ਚਾਹੀਦੀ ਹੈ, ਜੋ ਲਾਅ ਕਹਿੰਦਾ। ਠੀਕ ਹੈ, ਮਤਲਬ ਇੱਥੇ ਕੰਡੀੜੀ ਹੋਈ ਹੈ, ਇਹ ਬਹੁਤ ਅਹਿਮ ਪੁਆਇੰਟ ਹੈ। ਚਲੋ ਮੈਂ ਤੁਹਾਡੇ ਵਾਪਸ ਆਉਣਾ ਸਰ। ਤੁਸੀਂ ਨਹੀਂ ਫਾਈਲ, ਹਾਂਜੀ ਜੀ ਤੁਸੀਂ ਕਰ ਲਓ, ਕੰਪਲੀਟ ਕਰ ਲਓ ਸਰ, ਕੰਪਲੀਟ ਕਰ ਲਓ। ਤੁਸੀਂ ਬਹੁਤ ਅਹਿਮ ਪੁਆਇੰਟ ਦੱਸਿਆ। ਉਮੀਦ ਹੈ ਕਿ ਰਾਜੋਆਣਾ ਸਾਹਿਬ ਤੱਕ ਪਹੁੰਚੇ ਇਹ ਗੱਲ ਵੀ। ਮੈਂ ਇੱਕ ਦਿਨ ਪਹਿਲਾਂ ਵੀ ਇਹੀ ਜ਼ਿਕਰ ਕਰ ਰਿਹਾ ਸੀ ਕਿ ਵਾਕਈ ਜੇ ਦਸਖਤ ਕਰਕੇ ਗੱਲ ਬਣਦੀ ਹੈ, ਜੇ ਮਰਸੀ ਪਟੀਸ਼ਨ ਵਾਲਾ ਨਿਬੇੜਾ ਹੁੰਦਾ ਤਾਂ ਫਿਰ ਕਿ ਉਸ ਵਾਲੇ ਪਾਸੇ ਕਦਮ ਚੁੱਕਣੇ ਚਾਹੀਦੇ ਨੇ ਜਾਂ ਨਹੀਂ, ਕਿਉਂਕਿ ਇਹ ਬਹੁਤ ਕਲੀਅਰ ਹੈ। ਪੀਰ ਮੁਹੰਮਦ ਜੀ ਵੀ ਜ਼ਿਕਰ ਕਰ ਰਹੇ ਸੀ ਕਿ ਰਾਜੋਆਣਾ ਜੀ ਨੇ ਕਦੇ ਅੱਜ ਤੱਕ ਜਾ ਕੇ ਕੋਈ ਮਰਸੀ ਪਟੀਸ਼ਨ ਨਹੀਂ ਪਾਈ। ਇਨਫੈਕਟ ਮੈਂ ਹਾਈ ਕੋਰਟ ਦਾ ਇੱਕ ਆਰਡਰ ਪੜ੍ਹ ਰਿਹਾ, ਉਸ ਦੇ ਵਿੱਚ ਹਾਈ ਕੋਰਟ ਦੇ ਆਰਡਰ ਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਜਿਹੜੇ ਕੋਈ ਟ੍ਰਾਇਲ ਕੋਰਟ ਦੇ ਵਿੱਚ ਜਾਂ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਕਿਸੇ ਨੇ ਪੈਰਵੀ ਨਹੀਂ ਕੀਤੀ, ਉਹਨਾਂ ਨੇ ਵਕੀਲ ਵੀ ਹਾਇਰ ਨਹੀਂ ਕੀਤਾ ਕਿ ਨਹੀਂ ਮੈਨੂੰ ਨਹੀਂ ਜ਼ਰੂਰਤ ਹੈਗੀ। ਮਤਲਬ ਉਹ ਇੱਕ ਤਰੀਕੇ ਨਾਲ ਇਹ ਸੀਗਾ ਕਿ ਉਹ ਪੂਰੇ ਸਿਸਟਮ ਦੇ ਵਿੱਚ ਫੇਥ ਨਹੀਂ ਰੱਖਦੇ। ਸੰਧੂ ਸਾਹਿਬ ਦੇਖੋ, ਇਹਨੂੰ ਆਪਾਂ ਫੇਥ ਦੀ ਗੱਲ ਨਹੀਂ ਕਹਿ ਸਕਦੇ, ਉਹਨਾਂ ਦਾ ਡਿਸੀਜਨ ਸੀ, ਜੋ ਉਹਨਾਂ ਨੇ ਕ੍ਰਾਈਮ ਸੀਗਾ ਜੀ ਉਦੋਂ ਦਾ ਕੰਪੈਸ਼ਨ ਚ ਆਪਾਂ ਰਿਟਨ ਹੈ ਸਰ, ਰਿਟਨ ਹੈ ਨਾ, ਮੈਂ ਇਸ ਕਰਕੇ ਫੇਥ ਵਰਡ ਯੂਜ਼ ਕੀਤਾ। ਮੈਂ ਪਹਿਲਾਂ ਵੀ ਕਿਹਾ ਸੀਗਾ, ਉਹ ਲਿਖਿਆ ਗਿਆ ਕਿ ਹੀ ਹੈਜ਼ ਨੋ ਫੇਥ ਇਨ ਦਾ ਜੁਡੀਸ਼ਰੀ ਆਫ ਦਿਸ ਕੰਟਰੀ। ਹੁਣ ਦੇਖੋ ਫਿਰ ਇਹ ਵੀ ਗੌਰਵ ਜੀ ਉਹੀ ਗੱਲ ਆ ਗਈ ਵੀ ਇਫ ਹੀ ਹੈਜ਼ ਨੋ ਫੇਥ ਇਨ ਦੀ ਜੁਡੀਸ਼ਰੀ, ਫਿਰ ਹੁਣ ਹੰਗਰ ਸਟ੍ਰਾਈਕ ਕਿਉਂ?
ਜੀ। ਤੇ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਿਉਂ, ਐਸਜੀਪੀਸੀ ਨੂੰ ਪ੍ਰੈਸ਼ਰਾਈਜ਼ ਕਿਉਂ ਵੀ ਤੁਸੀਂ ਜਿਹੜੀ ਤੁਹਾਡੀ ਪਟੀਸ਼ਨ ਆ ਵਾਪਸ ਲਓ ਤੇ ਸੈਂਟਰ ਗਵਰਨਮੈਂਟ ਇਹ ਤੇ ਟੇਕ ਕਰੇ, ਕਾਲ ਕਰੇ। ਠੀਕ ਹੈ। ਸੋ ਮੈਂ ਤਾਂ ਲੀਗਲ ਗੱਲ ਕਰ ਸਕਦਾ। ਹੁਣ ਜਿਹੜੀਆਂ ਐਕਸਪਰਸ਼ਨਸ ਇਹਦੇ ਵਿੱਚ ਹੋਰ ਕੋਈ ਪੋਲੀਟੀਕਲ ਹੈ ਜਾਂ ਕੋਈ ਜਿਹਨੂੰ ਕਹਿ ਸਕਦੇ ਕੋਈ ਹੋਰ ਰੀਜ਼ਨਸ ਨੇ, ਉਹਦੇ ਤੇ ਆਈ ਕੈਨ ਨਾਟ ਕਮੈਂਟ। ਪਰ ਜਿਹੜੀ ਮਰਸੀ ਪਟੀਸ਼ਨ ਹੈ ਜੀ, ਇਟ ਸ਼ੁੱਡ ਬੀ ਫਰਮ ਦੀ ਡੈਥ ਰੋ ਕਨਵਿਕਟ, ਉਹ ਤੋਂ ਹੀ ਚਾਹੀਦੀ ਹੈ। ਠੀਕ ਹੈ। ਮੇਰੇ ਖਿਆਲ ਨਾਲ ਉਹਨਾਂ ਨੇ ਕਿਸੇ ਨੂੰ ਰਾਏ ਦਿੱਤੀ ਹੋਣੀ ਹੈ ਜੀ ਵਿਦ ਦੀ ਪੈਸੇਜ ਆਫ ਟਾਈਮ। ਠੀਕ ਹੈ। ਚਲੋ ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ। ਇੱਕ ਬਹੁਤ ਤਾਂ ਹੀ ਉਹ ਕਲੀਅਰ ਕਹਿ ਰਹੇ ਸ਼ਬਦਾਂ ਦੇ ਨੇ ਵਿੱਚ ਵੀ ਪਤਾ ਲੱਗਿਆ ਨਾ ਇਹ ਗੱਲ ਕਿ ਲਵੇ। ਇੱਥੇ ਵੀ ਕੁੰਡੀ ਅੜੀ ਹੋਈ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਖੁਦ ਪਟੀਸ਼ਨ ਦਾਖਲ ਕਰ ਦਿੱਤੀ ਜਾਂਦੀ ਹੈ, ਐਸਜੀਪੀਸੀ ਉਹਨਾਂ ਦੇ ਸਾਈਨ ਕਰਵਾ ਕੇ ਕਰ ਦਿੰਦੀ, ਤਾਂ ਸ਼ਾਇਦ ਇਸ ਦਾ ਨਿਬੇੜਾ ਹੁਣ ਤੱਕ ਹੋ ਗਿਆ ਹੁੰਦਾ। ਠੀਕ ਹੈ। ਮੈਂ ਇੱਕ ਵਾਰੀ ਪੀਰ ਮੁਹੰਮਦ ਸਾਹਿਬ ਦਾ ਰੁਖ ਕਰਦਾ, ਜੋਸ਼ੀ ਸਾਹਿਬ ਨੂੰ ਬੁਲਾਵਾਂਗਾ। ਪੀਰ ਮੁਹੰਮਦ ਸਾਹਿਬ, ਦੇਖੋ ਜਿਹੜੇ ਇਸ ਸਮੇਂ ਇਸ ਪੂਰੀ ਕੇਸ ਨੂੰ ਸਮਝ ਰਹੇ ਨੇ, ਉਹ ਵਾਰ-ਵਾਰ ਉਂਗਲ ਚੁੱਕਦੇ ਨੇ ਕਿ ਤੁਸੀਂ ਅੱਜ ਕਹਿ ਰਹੇ ਹੋ ਕਿ ਕੇਂਦਰ ਦੀ ਸਰਕਾਰ ਇਹ ਕਰੇ, ਤੁਸੀਂ ਅੱਜ ਅਲਟੀਮੇਟਮ ਦੇ ਰਹੇ ਹੋ, ਕਮੇਟੀਆਂ ਬਣਾ ਰਹੇ ਹੋ। ਜਦੋਂ ਸੱਤਾ ਦੇ ਵਿੱਚ ਸੀ 2017 ਤੱਕ, ਉਸ ਸਮੇਂ ਤੁਸੀਂ ਬੀਜੇਪੀ ਦੇ ਭਾਈਵਾਲ ਸੀ ਸੈਂਟਰ ਦੇ ਵਿੱਚ, ਤਾਂ ਉਸ ਸਮੇਂ ਤਾਂ ਬਾਰਗੇਨਿੰਗ ਪਾਵਰ ਸੀ ਅਕਾਲੀ ਦਲ ਦੇ ਕੋਲ ਕਿ ਬਾਕੀ ਉਸ ਸਮੇਂ ਨਹੀਂ ਉਸ ਤਰੀਕੇ ਦੇ ਨਾਲ ਦੇਖਿਆ ਗਿਆ ਇਸ ਪੂਰੇ ਕੇਸ ਨੂੰ, ਇਸ ਕਰਕੇ ਲਟਕਦਾ ਗਿਆ ਹੈ, ਅੱਗੇ ਅੱਗੇ ਵੱਧਦਾ ਗਿਆ ਤੇ ਅੱਜ ਸਥਿਤੀ ਇਹ ਆ ਗਈ ਕਿ ਰਾਜੋਆਣਾ ਭੁੱਖ ਹੜਤਾਲ ਤੇ ਬੈਠੇ ਨੇ। ਗੌਰਵ ਜੀ, ਸੰਧੂ ਸਾਹਿਬ ਨੂੰ ਤੁਸੀਂ ਪੁੱਛਿਆ, ਉਹਨਾਂ ਨੇ ਕਾਨੂੰਨੀ ਰਾਏ, ਕਾਨੂੰਨੀ ਜਿਹੜੇ ਹੈਗੇ ਢੰਗ ਤਰੀਕੇ ਉਹ ਤੁਹਾਨੂੰ ਦੱਸ ਦਿੱਤੇ ਕਿ ਕਾਨੂੰਨ ਕੀ ਕਹਿੰਦਾ। ਲੇਕਿਨ ਕਾਨੂੰਨ ਦੇ ਸਮੇਂ ਦੇ ਦਰਮਿਆਨ ਹੀ ਬਹੁਤ ਸਾਰਾ ਕੁਝ ਕੇਂਦਰ ਸਰਕਾਰ ਨੇ ਸਮੇਂ-ਸਮੇਂ ਫੈਸਲੇ ਲਏ ਨੇ। ਠੀਕ ਹੈ। ਤੇ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਫੈਸਲਾ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ। ਇਸ ਦੇ ਵਿੱਚ ਜਿਹੜੀ ਤੁਸੀਂ ਬੀਜੇਪੀ ਦੇ ਅਕਾਲੀ ਦਲ ਦਾ ਆਪਸੀ ਗੱਠਜੋੜ ਦੀ ਗੱਲ ਕਰਦੇ ਹੋ, ਉਹਦੇ ਚ ਵਾਅਦਾ ਖਿਲਾਫੀ ਹੋਈ ਹੈ, ਬੇਵਿਸ਼ਵਾਸੀ ਹੋਈ ਹੈ। ਉਹ ਦੋ ਚੀਜ਼ਾਂ ਜਿਹੜੀਆਂ ਨੇ, ਤੇ ਤੀਸਰੀ ਚੀਜ਼ ਜਿਹੜੀ ਹੁਣ ਇੱਕ ਨਵੀਂ ਹੋ ਰਹੀ ਹੈ ਪਿਛਲੇ ਕੋਈ ਸਮੇਂ ਤੋਂ, ਉਹ ਆ ਕੇਂਦਰ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚੋਂ ਕੁਝ ਲੀਡਰ ਜਿਹੜੇ ਉਹ ਆਪਣੇ ਨਾਲ ਜੋੜੇ ਆ ਜੀ, ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਦੇ ਵਿੱਚੋਂ ਪ੍ਰਮੁੱਖ ਹੈ। ਹੁਣ ਉਹ ਦੇਖੋ ਕਿ ਅਮਿਤ ਸ਼ਾਹ ਜੀ ਕੀ ਕਹਿੰਦੇ ਆ ਕਿ ਪਾਰਟਿਕੂਲਰ ਇੱਕ ਵਿਅਕਤੀ ਦਾ ਨਾਮ ਲੈਂਦੇ ਨੇ, ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ। ਉਹ ਕਹਿੰਦੇ ਜੀ ਇਹ ਸਿੱਖਾਂ ਦੇ ਵਕੀਲ ਨੇ, ਇਹ ਜਿਹੜਾ ਸਿੱਖਾਂ ਦਾ ਹਰ ਕੇਸ ਜਿਹੜਾ ਅੱਗੇ ਲੈ ਕੇ, ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਅਪੀਲ ਕਰਾਂਗਾ। ਜੋਸ਼ੀ ਸਾਹਿਬ ਨੇ ਇੱਥੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਦਾ ਨਾਮ ਲਿਆ, ਉਹ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ, ਭਾਰਤੀ ਘੱਟ ਗਿਣਤੀ ਕਮਿਸ਼ਨ ਦੇ। ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ, ਪੰਜ ਸਿੰਘ ਸਾਹਿਬਾਨ ਜਿਸ ਨੂੰ ਡੀਲ ਕਰ ਰਹੇ ਨੇ, ਜਿਸ ਕੇਸ ਨੂੰ, ਉਸ ਦੀ ਕਿੱਡੀ ਵੱਡੀ ਅਹਿਮੀਅਤ ਹੈ। ਔਰ ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਜਿਹੜਾ ਕੇਂਦਰ ਤੇ ਦਿੱਲੀ ਸਰਕਾਰ ਦੇ ਵਿੱਚ ਲਟਕਿਆ। ਕੇਂਦਰ ਸਰਕਾਰ ਕਹਿੰਦੀ ਹੈ ਕਿ ਦਿੱਲੀ ਕੇਜਰੀਵਾਲ ਸਾਹਿਬ ਦੇ ਟੇਬਲ ਦੇ ਉੱਤੇ ਪਈ ਫਾਈਲ, ਤੇ ਕੇਜਰੀਵਾਲ ਸਾਹਿਬ ਕਹਿ ਦਿੰਦੇ ਆ ਜੀ ਵੇਖੋ ਜੀ ਜਿਹੜਾ ਕੇਂਦਰ ਸਰਕਾਰ ਦਾ ਨੁਮਾਇੰਦਾ ਹੈ ਉਹ ਇਹਨੂੰ ਅਪੋਜ਼ ਕਰਦਾ। ਇਸੇ ਤਰ੍ਹਾਂ ਹੀ ਬਾਕੀ ਸਿੰਘਾਂ ਦਾ ਨਾਮ ਹੈ, ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੇ, ਭਾਈ ਜਗਤਾਰ ਸਿੰਘ ਤਾਰਾ ਹੈ, ਭਾਈ ਲਖਵਿੰਦਰ ਸਿੰਘ ਲੱਖਾ ਹੈ, ਭਾਈ ਸ਼ਮਸ਼ੇਰ ਸਿੰਘ ਹੈ, ਭਾਈ ਗੁਰਮੀਤ ਸਿੰਘ ਹੈ, ਭਾਈ ਪਰਮਜੀਤ ਸਿੰਘ ਭਿਉਰਾ ਹੈ। ਤੇ ਇਹ ਜਿਹੜੇ ਸਾਰੇ ਬੰਦੀ ਸਿੰਘ ਨੇ, ਇਹਨਾਂ ਦੇ ਉੱਤੇ ਫੈਸਲਾ ਜਿਹੜਾ ਲੈਣਾ, ਉਦੋਂ ਬਾਅਦ ਫਿਰ ਹੋਰ ਬੰਦੀ ਸਿੰਘ ਬਣੇ ਹੋਏ ਨੇ। ਬੰਦੀ ਸਿੰਘ ਉਹ ਸਾਰੇ ਜਿਹੜੇ ਆ, ਉਹਨਾਂ ਨੂੰ ਰਿਹਾ ਕਰਨ ਵਾਸਤੇ ਇੱਕ ਇੱਛਾ ਸ਼ਕਤੀ ਜਿਹੜੀ ਹੈ ਉਹ ਮੌਕੇ ਦੀ ਹਕੂਮਤ ਨੂੰ ਉਸੇ ਮੈਂ ਤੁਹਾਡੇ ਕੋਲ ਵਾਪਸ ਆਉਣਾ। ਆਪਾਂ ਜਿਵੇਂ ਉਹ ਨਾ ਜਾਈਏ, ਸਭ ਮੈਂ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ। ਦੇਖੋ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਆਪਾਂ ਬਹੁਤ ਵਾਰੀ ਡਿਬੇਟ ਆਲਰੇਡੀ ਕਰ ਚੁੱਕੇ ਹਾਂ, ਅੱਗੇ ਵੀ ਮੈਨੂੰ ਲੱਗਦਾ ਕਿ ਹੁੰਦੀ ਰਹੇਗੀ। ਅੱਜ ਮੈਂ ਸਪੈਸੀਫਿਕਲੀ ਬਲਵੰਤ ਸਿੰਘ ਰਾਜੋਆਣਾ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜਾ ਜਿਹਾ ਲੋਕਾਂ ਨੂੰ ਵੀ ਸਮਝ ਆਵੇ ਅੱਗੇ ਦਾ ਰਾਹ ਹੋ ਕੀ ਸਕਦਾ ਹੈ, ਉਸ ਦੇ ਉੱਤੇ ਵੀ ਗੌਰ ਹੋਵੇ। ਜੋਸ਼ੀ ਸਾਹਿਬ ਇੱਕ ਆਨਸਰ ਦੇ ਦਿਓ, ਮੈਂ ਉਸ ਤੋਂ ਬਾਅਦ ਖੁਸ਼ਹਾਲ ਜੀ ਦਾ ਰੁਖ ਕਰਦਾ ਹਾਂ। ਬੇਵਿਸ਼ਵਾਸੀ ਕੀਤੀ ਹੈ ਬੀਜੇਪੀ ਨੇ, ਨਹੀਂ ਉਹਨਾਂ ਦੇ ਮਤਲਬ ਕਹਿਣ ਦਾ ਇਹ ਹੈ ਕਿ ਸਭ ਕੁਝ ਸੈੱਟ ਸੀ ਤੇ ਕਿਤੇ ਨਾ ਕਿਤੇ ਇਹ ਵੀ ਕਹਿ ਦਿੱਤਾ ਹੋਣਾ ਹੈ ਜਾਂ ਕਹਿ ਦਿੱਤਾ ਗਿਆ ਸੀ ਕਿ ਆਲ ਇਜ਼ ਵੈਲ ਹੋ ਜਾਏਗਾ, ਬੇਫਿਕਰ ਹੋ, ਪਰ ਕਿੱਦਾਂ ਨਹੀਂ। ਦੇਖੋ 31 ਮਾਰਚ 2012 ਨੂੰ ਜੋ ਵੀ ਪਾਣਾ ਵਾਪਰਨਾ ਸੀਗਾ, ਉਸ ਤੇ 28 ਮਾਰਚ ਨੂੰ ਰੋਕ ਲੱਗ ਗਈ ਔਰ ਉਸ ਦੇ ਨਾਲ ਲਖਵਿੰਦਰ ਸਿੰਘ ਲੱਖਾ ਹੋਣਾ ਦੀ ਵੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਹੋਈ ਹੈ। 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ। ਹਾਂ, ਕਿਉਂਕਿ ਮੈਂ ਲਫ਼ਜ਼ ਨਹੀਂ ਇਦਾਂ ਦੇ ਕਹਿਣਾ ਚਾਹੁੰਦਾ, ਕਿਉਂਕਿ ਮੇਰੇ ਘੁਮਾ ਕੇ ਗੱਲ ਕਰਾਂਗੇ ਫਿਰ ਲੋਕਾਂ ਨੂੰ ਕਈ ਵਾਰ ਸਮਝ ਨਹੀਂ ਆਉਂਦੀ ਦਰਸ਼ਕਾਂ। ਠੀਕ ਹੈ ਜੀ, 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ, ਔਰ ਨਹੀਂ ਦਿੱਤੀ। ਸਮੇਂ ਤੋਂ ਪਹਿਲਾਂ ਰਿਹਾਈ ਦੇ ਤਕਰੀਬਨ 92 ਕੇਸ, 90 ਤੋਂ 92 ਕੇਸ ਜੀ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਨੇ, ਜਿਸ ਸਿਸਟਮ ਦੇ ਵਿੱਚ ਆ। ਠੀਕ ਹੈ, ਇਹ ਸਾਰੇ ਸਿੱਖਾਂ ਦੇ ਨੇ? ਨਹੀਂ, ਵੱਖ ਨੇ, ਮਤਲਬ ਇਹ ਸਿਰਫ ਬੰਦੀ ਸਿੰਘਾਂ ਤੱਕ ਗੱਲ ਨਹੀਂ ਹੈ, ਬਾਕੀ ਹੋਰ ਵੀ ਹੈਗੇ ਨੇ। अच्छा, दूसरी गल ये हैगी कि अज श्रोमणी अकाली दल, ठीक है, हम वफा लिखते रहे वो दगा पढ़ते रहे, महरम से मुजरिम कर रहे हैं एक नुकते के हेर फेर से। अज इन्हां नूं एक मौका मिल गया कि साडे नाल बेविश्वासी हुई है, कोई बेविश्वासी नहीं हुई। प्रधानमंत्री नरेंद्र मोदी जी जदों दे बने ने, उन्हां दियां सिखां दे प्रति जिहड़ियां सुहिरद नीतियां ने, उन्हां दा सिख प्रेम आ
ਉਹ ਸਮੇਂ-ਸਮੇਂ ਦੇ ਉੱਤੇ ਉਦੋਂ ਵੀ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਜਦੋਂ ਸਮੇਂ-ਸਮੇਂ ਤੇ ਕਈ ਬੰਦੀ ਸਿੰਘ, ਜੇ ਮੈਂ ਨਾਮ ਲੈਣੇ ਸ਼ੁਰੂ ਕਰਾਂ, ਉਹ ਜਾਂ ਤੇ ਪਰਮਾਨੈਂਟ ਪੇਰੋਲ ਤੇ ਬਾਹਰ ਆਉਂਦੇ ਰਹੇ ਆ, ਉਹਨਾਂ ਦੀ ਰਿਹਾਈ ਹੋਈ ਹੈ। ਕੁਛ ਇੱਕ ਨਾਮ ਮੈਂ ਲਿਆ ਦਿੰਦਾ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਤੇ ਮੈਂ ਲਿਸਟਾਂ ਦੇ ਵਿੱਚ ਭਾਈ ਦਿਆ ਸਿੰਘ ਲਾਹੌਰੀਆ ਪੁੱਤਰ ਕਿਰਪਾਲ ਸਿੰਘ ਵਾਸੀ ਕਸਬਾ ਭਰਾਲ ਜ਼ਿਲ੍ਹਾ ਸੰਗਰੂਰ, ਭਾਈ ਹਰਨੇਕ ਸਿੰਘ ਪੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬਟਾਰੀ ਜ਼ਿਲ੍ਹਾ ਲੁਧਿਆਣਾ, ਦਿਲਬਾਗ ਸਿੰਘ ਬੱਗਾ ਪੁੱਤਰ ਕੇਰ ਸਿੰਘ ਵਾਸੀ ਅਤਾਲਾ ਜ਼ਿਲ੍ਹਾ ਪਟਿਆਲਾ, ਭਾਈ ਬਾਜ ਸਿੰਘ, ਭਾਈ ਹਰਦੀਪ ਸਿੰਘ, ਭਾਈ ਸਰਵਨ ਸਿੰਘ, ਸੁਰਿੰਦਰ ਸਿੰਘ ਚਿੰਦਾ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਮੀਰਪੁਰ ਸਿਕਰੀ ਬਿਜਨੌਰ। ਕਈ ਐਸੇ ਮਤਲਬ ਮੈਂ ਵੀ ਲਵਾਂ ਦੋ ਚਾਰ ਨਾਮ, ਮੈਂ ਵੀ ਲੈਣਾ ਦੋ ਚਾਰ ਨਾਮ। ਗੱਲ ਇਹ ਹੈ ਕਿ 2019 ਦੇ ਵਿੱਚ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ 9 ਸਿੰਘਾਂ ਦਾ ਜ਼ਿਕਰ ਹੋਇਆ ਸੀ। ਲਾਲ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ ਭੁੱਲਰ, ਇਸ ਦੇ ਨਾਲ ਸੁਬੇਗ ਸਿੰਘ, ਵਰਿੰਦਰ ਸਿੰਘ, ਹਰਜਿੰਦਰ ਸਿੰਘ ਕਾਲੀ, ਉਸ ਤੋਂ ਬਾਅਦ ਵਰਿਆਮ ਸਿੰਘ ਔਰ ਗੁਰਦੀਪ ਸਿੰਘ ਖੇੜਾ ਤੇ ਜਿਹੜੇ ਬਲਬੀਰ ਸਿੰਘ। ਹਾਂਜੀ, ਇਹਦੇ ਵਿੱਚ ਮੈਂ ਦੱਸ ਦਿੰਦਾ ਜਿਹੜੇ ਬਲਵੰਤ ਸਿੰਘ ਰਾਜੋਆਣਾ ਵੀ। ਹਾਂਜੀ, ਨਹੀਂ ਉਹ ਉਹਦੇ ਸੁਣੋ ਪਹਿਲਾਂ। ਦਵਿੰਦਰ, ਆਪਾਂ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰ ਰਹੇ ਹਾਂ ਨਾ, ਉਹਦੇ ਬਾਰੇ ਵੀ ਮੈਂ ਬਿਲਕੁਲ ਉਸੇ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਵਿੰਦਰਪਾਲ ਸਿੰਘ ਭੁੱਲਰ ਹੋਣਾ ਬਾਰੇ ਤਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਜੀ। ਹੁਣ ਗੁਰਦੀਪ ਸਿੰਘ ਖੇੜਾ ਜਿਹੜੀ ਗੱਲ ਕਰਦੇ ਪਏ ਨੇ, ਨੋ ਡਾਊਟ ਉਹਨਾਂ ਨੂੰ 33 ਸਾਲ ਹੋ ਗਏ ਨੇ, ਉਹਨਾਂ ਨੂੰ ਮਾਈਗ੍ਰੇਟ ਕੀਤਾ ਗਿਆ ਵਾ ਕਰਨਾਟਕਾ ਤੋਂ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ। ਠੀਕ ਹੈ ਜੀ। ਉਹਦੇ ਵਿੱਚ ਵੀ ਇੱਕ ਟੈਕਨੀਕਲ ਛੋਟੀ ਜੀ ਪ੍ਰੋਬਲਮ ਹੈਗੀ ਆ ਜਿਹੜੀ ਕਿ ਨਜ਼ਰ ਆ ਰਹੀ ਹੈ। ਦੇਖੋ, ਇਹਦੇ ਵਿੱਚ ਮੈਂ ਇੱਥੇ ਬੜੇ ਸਪਸ਼ਟ ਹੋ ਕੇ ਗੱਲ ਕਰਦਾ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮਲਾਲ ਵੀ ਆ ਔਰ ਅਸੀਂ ਚਾਹੁੰਦੇ ਵੀ ਆ ਸਾਰੇ ਕਿ ਜਲਦੀ ਤੋਂ ਜਲਦੀ ਇਹਨਾਂ ਫੈਸਲਿਆਂ ਦਾ ਹੱਲ ਹੋਣਾ ਚਾਹੀਦਾ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਕਰਨਾ ਚਾਹੀਦਾ। ਜਿਹੜੀ 5 ਮੈਂਬਰੀ ਕਮੇਟੀ ਅੱਜ ਸਿੰਘ ਸਾਹਿਬਾਨ ਨੇ ਤੁਹਾਨੂੰ ਲੱਗ ਰਿਹਾ ਹੈ ਕਿ 5 ਮੈਂਬਰੀ ਬਹੁਤ ਸੁਲਝੇ ਹੋਏ ਲੋਕ ਨੇ, ਜਾ ਕੇ ਗੱਲ ਕਰਨਗੇ ਤਾਂ ਸ਼ਾਇਦ ਗੱਲ ਬਣ ਜਾਵੇ। ਗੱਲ ਮਸਲੇ ਹੀ ਗੱਲਾਂ ਨਾਲ ਨਿਕਲਨੇ ਨੇ। ਇਹਨਾਂ ਨੇ ਗੱਲ ਕੀਤੀ ਸੀਗੀ ਨਾ ਹੁਣੇ ਰਾਜੀਵ ਗਾਂਧੀ ਦੀ ਫੈਮਿਲੀ ਦੀ, ਉਹ ਫੈਮਿਲੀ ਨੇ ਆਪਣਾ ਕੰਸੈਂਟ ਦਿੱਤਾ ਸੀਗਾ। ਦੇਖੋ, ਪ੍ਰਭਾਕਰਨ ਦੀ ਫੈਮਿਲੀ ਨੂੰ ਉਹ ਕੰਸੈਂਟ ਦਿੱਤਾ ਗਿਆ ਕਿਹਨਾਂ ਵੱਲੋਂ? ਰਾਜੀਵ ਗਾਂਧੀ ਦੀ ਫੈਮਿਲੀ ਵੱਲੋਂ। ਇੱਥੇ ਅਜੇ ਕੰਸੈਂਟ ਕੋਈ ਇਦਾਂ ਦਾ ਦਿੱਤਾ ਨਹੀਂ ਗਿਆ। ਫਿਰ ਵੀ ਮੈਂ ਹੋਰ ਫੈਕਟ ਤੁਹਾਨੂੰ ਦੱਸਦਾ, ਮੈਂ ਬਿਲਕੁਲ ਡਾਇਰੈਕਟਲੀ ਰਮਨੀਤ ਬਿੱਟੂ ਨੂੰ ਸਵਾਲ ਕੀਤਾ ਮੈਂ ਖੁਦ। ਰਮਨੀਤ ਬਿੱਟੂ ਕਹਿੰਦੇ ਕਿ ਮੈਂ ਕਿਸੇ ਕੇਸ ਦੇ ਵਿੱਚ ਕੋਈ ਪੈਰਵੀ ਨਹੀਂ ਕਰ ਰਿਹਾ, ਇਹ ਤਾਂ ਸਰਕਾਰ ਵਰਸਸ ਇਹ ਪੂਰਾ ਕੇਸ ਚੱਲ ਰਿਹਾ ਹੈ। ਕਹਿੰਦੇ ਮੈਂ ਤਾਂ ਨਹੀਂ ਉੱਥੇ ਕੋਈ ਵਕੀਲ ਲੈ ਕੇ ਗਿਆ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿਓ ਜਾਂ ਫਾਂਸੀ ਦੀ ਸਜ਼ਾ ਨਾ ਦਿਓ। ਕਹਿੰਦੇ ਹਾਂ, ਜਦੋਂ ਕੋਈ ਡਿਸੀਜਨ ਲੈ ਲਿਆ ਗਿਆ ਜਾਂ ਬਾਹਰ ਆਉਣ ਦੀ ਗੱਲ ਹੋਏਗੀ ਫਿਰ ਅਸੀਂ ਵਿਚਾਰ ਕਰਾਂਗੇ ਕਿ ਅਸੀਂ ਕੀ ਕਰਨਾ। ਹੁਣ ਤੱਕ ਉਹ ਕਹਿੰਦੇ ਅਸੀਂ ਤਾਂ ਕੋਈ ਪੈਰਵੀ ਕੀਤੀ ਨਹੀਂ ਇਸ ਕੇਸ ਦੇ ਵਿੱਚ। ਦੇਖੋ, ਇਹਦੇ ਵਿੱਚ ਮਸਲਾ ਜਿਹੜਾ ਵੀ, ਦੇਖੋ ਇੱਕ ਬੜੀ ਵਧੀਆ ਗੱਲ ਹੈ ਕਿ ਮਸਲਾ ਕੋਈ ਵੱਡਾ ਮਸਲਾ ਨਹੀਂ। ਜੇ ਮੁਨਸਬ ਮੈਂ ਸੰਧੂ ਸਾਹਿਬ ਆ ਰਿਹਾ ਤੁਹਾਡੇ ਕੋਲ, ਠੀਕ ਹੈ ਜੀ। ਸਟੇਟ ਗਵਰਨਮੈਂਟਸ ਦੀ ਵੀ ਇੱਛਾ ਸ਼ਕਤੀ ਤੇ ਬੜਾ ਨਿਰਭਰ ਕਰਦਾ ਜੀ। ਜੇ ਸਟੇਟ ਗਵਰਨਮੈਂਟ ਦੇ ਵਿੱਚ ਪਹਿਲੋਂ ਜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੀ ਮੁੱਖ ਮੰਤਰੀ ਰਹੇ ਨੇ, ਸਮੇਂ-ਸਮੇਂ ਤੇ ਕਿਹੜੇ ਐਸੇ ਫੈਸਲੇ ਜਿਹੜੇ ਸਿੱਖਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਨਹੀਂ ਕੀਤੇ। ਅੱਜ ਦਾ ਜਿਹੜਾ ਮਸਲਾ ਨਾ, ਇਸ ਮਸਲੇ ਦੇ ਵਿੱਚ ਇੱਕ ਗੁੱਸਾ ਵੀ ਆ। ਉਹ ਗੁੱਸਾ ਇਹ ਆ ਕਿ ਮੈਨੂੰ ਕਿਸੇ ਬੰਨੇ ਲਾਇਆ ਜਾਵੇ ਜੀ। ਠੀਕ ਹੈ ਜੀ। ਹਾਂ, ਇੱਕ ਟੈਕਨੀਕਲ ਜੀ ਚੀਜ਼ ਇਹਦੇ ਚ ਆਉਂਦੀ ਹੈ ਤੇ ਮੇਰੇ ਖਿਆਲ ਸਾਨੂੰ ਗੁਜ਼ਾਰਿਸ਼ ਵੀ ਕਰਨੀ ਚਾਹੀਦੀ ਹੈ ਇੱਕ ਤੇ ਰਾਜੋਆਣਾ ਸਾਹਿਬ ਨੂੰ ਕਿ ਹਜ਼ੂਰ ਤੁਸੀਂ ਕਮ ਸੇ ਕਮ ਇੱਕ ਤੇ ਭੁੱਖ ਹੜਤਾਲ ਬੰਦ ਕਰੋ ਔਰ ਪੂਰੀ ਸਿੱਖ ਕੌਮ ਤੁਹਾਡੇ ਨਾਲ ਰਾਬਤਾ ਰੱਖਣਾ ਚਾਹੁੰਦੀ ਆ। ਪੂਰੀ ਸਿੱਖ ਕੌਮ ਨੂੰ ਤੁਹਾਡੀ ਫਿਕਰ ਆ। ਤੁਸੀਂ ਆਪਣੀ ਮਰਸੀ ਪਟੀਸ਼ਨ ਤੇ ਸਾਈਨ ਕਰਕੇ ਚੀਜ਼ ਅੱਗੇ ਜਲਦੀ ਆ ਤੇ ਮੇਰਾ ਖਿਆਲ ਹੈ ਕਿ ਸਾਨੂੰ ਇਹਦੇ ਵੱਲ ਵੀ ਗੱਲ ਕਰਨੀ ਚਾਹੀਦੀ ਔਰ ਜੋ ਵੀ ਗੱਲ ਹੁੰਦੀ ਆ, ਮੈਂ ਇੱਥੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਹਿਣਾ, ਜੇਕਰ ਗੱਲਬਾਤ ਦੇ ਜ਼ਰੀਏ ਦੇ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਨੇ, ਇਹ ਗੱਲਬਾਤ ਹੋਣੀ ਚਾਹੀਦੀ ਆ। ਔਰ ਪੰਜਾਬ ਦੀ ਬੀਜੇਪੀ ਬਿਲਕੁਲ ਨਾਲ ਖੜੇਗੀ ਇਸ 5 ਮੈਂਬਰੀ ਕਮੇਟੀ ਦੇ ਨਾਲ ਉਸ ਟਾਈਮ ਕਿ ਤੁਸੀਂ ਗੱਲਬਾਤ ਨਾਲ ਹੱਲ ਲੱਭੋ ਔਰ ਕਾਰਨ ਜਾਣਨ ਦੀ ਕੋਸ਼ਿਸ਼ ਕਰੋ ਕਿ ਆਖਰ ਮੈਂ ਹੋਰ ਸਿੱਧੇ ਸ਼ਬਦਾਂ 'ਚ ਪੁੱਛਦਾ, ਤੁਸੀਂ ਪੰਜਾਬ ਬੀਜੇਪੀ ਦਾ ਜ਼ਿਕਰ ਕਰਤਾ, ਕੀ ਪੰਜਾਬ ਬੀਜੇਪੀ ਇਸ ਗੱਲ ਨੂੰ ਸਪੋਰਟ ਕਰੇਗੀ ਕਿ ਤੁਸੀਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿਓ? ਕਿਸੇ ਵੀ, ਦੇਖੋ ਮਹਾਤਮਾ ਗਾਂਧੀ ਜੀ ਨੇ ਕੀ ਕਿਹਾ ਸੀਗਾ ਕਿ ਸਾਨੂੰ ਪਾਪ ਖਤਮ ਕਰਨਾ ਚਾਹੀਦਾ। ਉਹ ਚੀਜ਼ ਹੋ ਗਈ। ਇਹਨੂੰ ਅਸੀਂ ਪਾਪ ਦੇ ਰੂਪ ਦੇ ਵਿੱਚ ਸਾਡੇ ਕੁਝ ਜਥੇਬੰਦੀਆਂ ਮੰਨਦੀਆਂ, ਕੁਝ ਨਹੀਂ ਮੰਨਦੀਆਂ, ਪਰ ਕਾਨੂੰਨ ਮੰਨਦਾ। ਮੈਂ ਕਾਨੂੰਨ ਦੀ ਜ਼ੁਬਾਨ ਦੇ ਵਿੱਚ ਗੱਲ ਕਰ ਰਿਹਾ, ਮੇਰੀ ਪਰਸਨਲ ਜ਼ੁਬਾਨ ਨਹੀਂ ਹੈਗੀ ਮੇਰੀ। ਇਹਦੇ ਵਿੱਚ ਇਹੋ ਗੱਲ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਮਸਲੇ ਦਾ ਹੱਲ ਹੁੰਦਾ, ਕੁਝ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ, ਉਹ ਕੁਝ ਰਾਜੋਆਣਾ ਸਾਹਿਬ ਵੱਲੋਂ ਵੀ ਇੱਕ ਅਪੀਲ ਕੀਤੀ ਜਾਂਦੀ ਆ। ਦੇਖੋ, ਇੱਕ ਬੰਨੇ ਤਾਂ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਰਸੀ ਪਟੀਸ਼ਨ ਪਾਈ ਗਈ, ਠੀਕ ਹੈ, ਰਾਜੋਆਣਾ ਸਾਹਿਬ ਵਾਸਤੇ। ਅੱਜ ਇੱਥੇ ਇਹ ਵੀ ਸਮਝਣਾ ਚਾਹੀਦਾ ਵਾ ਕਿ ਅਸੀਂ ਜੇ ਮਰਸੀ ਪਟੀਸ਼ਨ ਪਾਈ ਆ, ਅਸੀਂ ਗੱਲਬਾਤ ਰਾਹੀਂ ਲੱਭੀਏ ਕਿ ਕੀ ਕੋਈ ਸਿਕਿਉਰਿਟੀ ਦੀ ਪ੍ਰੋਬਲਮ ਆ, ਕਿ ਉਹਨਾਂ ਦੀ ਰਿਹਾਈ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਹੈ ਜਾਂ ਕੋਈ ਕਿਸੇ ਕਾਰਨ ਤਾਂ ਲੱਭੀ ਹੈ ਨਾ। ਅਸੀਂ ਪਹਿਲਾਂ ਜਦ ਤੱਕ ਤਾਂ ਗੱਲ ਪਹੁੰਚੀ ਹੋਈ ਨਾ ਸਰ, ਗੱਲ ਤਾਂ ਇਹ ਹੈ ਕਿ ਫਾਂਸੀ ਵਾਲੀ ਚੱਕੀ ਚੋਂ ਨੂੰ ਬਾਹਰ ਕੱਢਿਆ ਜਾਵੇ, ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਰਿਹਾਈ, ਪੈਰੋਲ, ਉਹ ਬਾਅਦ ਦੀਆਂ ਗੱਲਾਂ ਨੇ, ਆ ਫਰਦਰ ਸਟੈਪ ਹੋਏਗਾ ਲਾਜ਼ਮੀ ਤੌਰ ਤੇ। ਖੁਸ਼ਹਾਲ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਮੈਨੂੰ 20 ਸੈਕਿੰਡਸ ਦਿਓ। ਸੰਧੂ ਸਾਹਿਬ ਕੁਝ ਕਹਿ ਰਹੇ ਨੇ, ਇੱਕ ਉਹਨਾਂ ਦਾ ਕਮੈਂਟ ਜ਼ਰੂਰ ਲੈ ਲਵਾਂ, ਜ਼ਰੂਰੀ ਹੈ ਇੱਥੇ।
ਸੰਧੂ ਸਾਹਿਬ ਦੇਖੋ ਗੌਰਵ ਜੀ, ਜੋ ਮੈਂ ਡਿਬੇਟ ਸੁਣ ਰਿਹਾ, ਜੋ ਕੋਈ ਵੀ ਜੋ ਕਮਿਊਟੇਸ਼ਨ ਹੋਊਗੀ ਡੈਥ ਤੋਂ ਲਾਈਫ ਦੇ ਵਿੱਚ, ਉਹ ਲਾਅ ਦੇ ਮੁਤਾਬਕ ਹੋਊਗੀ। ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਗਰੀਬਡ ਬੰਦੇ ਕਹਿੰਦੇ ਨੇ ਵੀ ਅਸੀਂ ਹੱਕ ਚਾ ਕਰ ਦੋ ਜਾਂ ਨਾ ਕਰੋ, ਇਹ ਟੋਟਲੀ ਇਮੈਟੀਰੀਅਲ ਹੈ। ਟ੍ਰਾਇਲ ਖਤਮ ਹੋ ਚੁੱਕਿਆ, ਸੈਂਟੈਂਸ ਹੋ ਗਈ। ਮਰਸੀ ਪਟੀਸ਼ਨ ਦੇ ਵਿੱਚ ਜਿਵੇਂ ਜੇ ਮੰਨ ਰਹੇ ਨੇ ਟੈਕਨੀਕਲ ਡਿਫੈਕਟ ਹੈ, ਤਾਂ ਜੇ ਆਪਾਂ ਟੈਕਨੀਕਲ ਡਿਫੈਕਟ ਆ ਰਿਮੂਵ ਹੋ ਸਕਦਾ ਹੈ। ਕੋਈ ਕਿਸੇ ਦੇ ਕਹੇ ਤੇ ਕਿਸੇ ਦੇ ਕੋਈ ਐਨਓਸੀ ਲੈ ਕੇ ਮਰਸੀ ਪਟੀਸ਼ਨਸ ਨਹੀਂ ਡਿਸਾਈਡ ਹੁੰਦੀਆਂ। ਮਰਸੀ ਪਟੀਸ਼ਨ ਡਿਸਾਈਡ ਹੁੰਦੀਆਂ ਨੇ ਔਨ ਦੀ ਬੇਸਿਸ ਵੀ ਜਿਹੜੇ ਸੰਧੂ ਬੰਦੇ ਸਾਹਿਬ ਇੱਕ ਮਿੰਟ ਸਰ, ਹੁਣ ਤੁਸੀਂ ਥੋੜਾ ਜਿਹਾ ਚਾਨਣਾ ਉਧਰ ਵੀ ਪਾਓ ਨਾ, ਦੂਸਰੇ ਪਾਸੇ ਵੀ ਕਾਨੂੰਨ ਦਾ ਚਾਨਣਾ ਦਿਓ। ਮੈਂ ਉਹੀ ਪਾ ਰਿਹਾ ਸਰ, ਗੁਰਮੀਤ ਰਾਮ ਨੀਮੋਨ ਦੇ ਉੱਤੇ ਮਰਡਰ ਦੇ ਕੇਸ ਨੇ, ਉਹ ਰੇਪ ਦੇ ਕੇਸ ਨੇ, ਉਹਨਾਂ ਨੂੰ ਕਿਵੇਂ ਮਿਲ ਰਹੀ ਹੈ ਪੈਰੋਲ? ਉਹਨਾਂ ਨੂੰ ਕਿਵੇਂ ਵਾਰ-ਵਾਰ ਬਾਹਰ ਛੱਡਿਆ ਜਾ ਰਿਹਾ? ਉਹ ਕਿਹੜਾ ਕਾਨੂੰਨ ਹੈ? ਉਹ ਕਾਨੂੰਨ ਇਹ ਸਾਡੇ ਬੰਦੀ ਸਿੰਘਾਂ ਦੇ ਉੱਤੇ ਕਿਉਂ ਨਹੀਂ ਲਾਗੂ ਹੁੰਦਾ? ਚਲੋ ਮੈਂ ਜਵਾਬ ਲੈ ਲੈਣਾ ਸਰ, ਜਵਾਬ ਲੈ ਲੈਣਾ। ਖੁਸ਼ਹਾਲ ਜੀ ਬਹੁਤ ਦੇਰ ਦੀ ਵੇਟ ਕਰ ਰਹੇ ਉਹਦਾ ਥੋੜਾ ਜਿਹਾ ਦੱਸੋ ਸੰਧੂ ਸਾਹਿਬ। ਦੇਖੋ ਵਾਰ-ਵਾਰ ਇਹ ਜ਼ਿਕਰ ਹੁੰਦਾ ਹੈ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਵੱਲੋਂ ਕਿ ਡਬਲ ਸਟੈਂਡਰਡਸ ਨੇ ਕਾਨੂੰਨ ਦੇ ਦੇਸ਼ ਦੇ ਵਿੱਚ। ਸਿੱਖਾਂ ਦੇ ਲਈ ਵੱਖਰੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਹੈ ਔਰ ਬਾਕੀਆਂ ਦੇ ਲਈ ਵੱਖਰਾ। ਜੀ ਦੇਖੋ, ਮੈਂ ਫੇਰ ਉਹੀ ਗੱਲ ਕਹਿ ਰਿਹਾ ਵੀ ਗ੍ਰੈਵਿਟੀ ਆਫ ਦੇ ਦਿਓ ਨਾ ਕੋਈ, ਆ ਬਾਕੀ ਇਸ ਤਰ੍ਹਾਂ ਕਰਕੇ ਕੀਤੇ ਜਾਂਦੇ ਆ। ਉਹ ਨਹੀਂ ਦੀ, ਪਰ ਇਹਦੇ ਵਿੱਚ ਐਸਜੀਪੀਸੀ ਤੋਂ ਵੀ ਕਿਉਂ ਨਹੀਂ ਵਿਡਰਾਅ ਕਰ ਲੈਂਦੇ ਹੋ? ਤੇ ਰਾਜੋਣਾ ਜੀ ਆਪ ਫਾਈਲ ਕਰ ਲੈਣ ਦੋ ਉਹਨਾਂ ਨੂੰ। ਉਹ ਹੰਗਰ ਸਟ੍ਰਾਈਕ ਤੇ ਕਿਉਂ ਬੈਠ ਰਹੇ ਨੇ? ਜੇ ਆਪਾਂ ਇੱਕ ਮਸਲੇ ਦਾ ਹੱਲ ਹੀ ਚਾਹੁੰਦੇ ਆ, ਲੀਗਲੀ ਹੋਊਗਾ ਜੀ, ਕਿਸੇ ਦੀ ਐਨਓਸੀ ਨਾਲ ਕੁਝ ਨਹੀਂ ਹੋਣਾ। ਲੌਜੀਕ ਹੈ। ਔਰ ਕ੍ਰਿਮੀਨਲ ਲਾਅ ਦੇ ਵਿੱਚ ਕੋਈ ਇੰਟਰਵੀਨਰ ਦਾ ਕੰਸੈਂਟ ਨਹੀਂਗਾ ਬਿਲਕੁਲ ਵੀ ਆਪਾਂ ਜੇ ਫਲਾਣੇ ਨੂੰ ਹੋਊਗੀ ਤਾਂ ਤੁਸੀਂ ਉਹਨੂੰ ਇੱਧਰ ਤੋਲ ਸਕਦੇ ਹੋ। ਨੋ, ਜਿਹੜਾ ਇੱਕ ਅਫੈਂਸ ਅਗੇਂਸਟ ਦੀ ਸਟੇਟ ਹੈ, ਇੱਕ ਫਾਰਮਰ ਸੀਐਮ ਦਾ ਅਸੈਸੀਨੇਸ਼ਨ ਹੈ, ਉਹ ਇੱਕ ਮਰਡਰ ਜਾਂ ਰੇਪ ਕੇਸ ਨਾਲ ਇਕੁਏਟ ਨਹੀਂ ਹੋ ਸਕਦਾ ਕਦੇ ਵੀ। ਕਈ ਗੱਲਾਂ ਕਈ ਬੰਦਿਆਂ ਦਾ ਬਾਹਰ ਆਉਣਾ, ਮੈਂ ਉਹੀ ਕਹਿ ਰਿਹਾ ਕਿ ਕਈ ਵਾਰ ਨਾ ਆਪਾਂ ਕੰਪੇਅਰ ਨਹੀਂ ਕਰਨਾ ਚਾਹੀਦਾ, ਪਰ ਬਾਵਜੂਦ ਇਸ ਦੇ ਕਈ ਚੀਜ਼ਾਂ ਕੰਪੇਅਰ ਹੋ ਜਾਂਦੀਆਂ ਨੇ। ਕੰਪੇਅਰ ਹੋ ਜਾਂਦੀਆਂ ਨੇ, ਕਈ ਵਾਰ ਕੰਪੇਅਰ ਨਹੀਂ ਕਰਨਾ ਚਾਹੀਦਾ ਕਿ ਕੋਈ ਰੇਪ ਜਾਂ ਫਿਰ ਮਰਡਰ ਦਾ ਵਿਕਟਿਮ ਹੈ ਤੇ ਇੱਕ ਪਾਸੇ ਸੀਐਮ ਦੇ ਅਸੈਸੀਨੇਸ਼ਨ ਦਾ ਜਿਹੜਾ ਕਲਪ੍ਰਿਟ ਹੈ, ਉਹ ਦੋਵਾਂ ਨੂੰ ਆਪਾਂ ਕੰਪੇਅਰ ਉਸ ਤਰੀਕੇ ਨਾਲ ਨਾ ਕਰੀਏ। ਆਪਣੇ ਗਵਰਨਮੈਂਟ ਹੈ ਜੀ, ਠੀਕ ਹੈ। ਥੋੜੇ ਸਰਵੇਟ ਕਰੋ, ਮੇਰੇ ਕੋਲ ਇੱਕ ਰਿਐਕਸ਼ਨ ਲੈਣ ਦਾ ਸਮਾਂ ਹੋਏਗਾ। ਖੁਸ਼ਹਾਲ ਜੀ ਬਹੁਤ ਦੇਰ ਦੀ ਵੇਟ ਕਰ ਰਹੇ ਨੇ, ਮੈਂ ਖੁਸ਼ਹਾਲ ਜੀ ਦਾ ਇੱਕ ਵਾਰੀ ਰੁਕ ਕਰ ਲਵਾਂ। ਖੁਸ਼ਹਾਲ ਜੀ, ਮੈਂ ਦੋ ਚੀਜ਼ਾਂ ਤੁਹਾਡੇ ਤੋਂ ਜਾਣਨੀਆਂ ਔਰ ਸਮਝਣੀਆਂ ਚਾਹ ਰਿਹਾ ਹਾਂ। ਦੇਖੋ, ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਇਹ ਪੂਰਾ ਮਸਲਾ ਸੁਲਝੇ ਤਾਂ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ 5 ਮੈਂਬਰੀ ਕਮੇਟੀ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਰਿਐਕਟ ਕਰਨਾ ਚਾਹੀਦਾ ਕਿ ਇੱਕ ਪੂਰੀ ਮਰਸੀ ਪਟੀਸ਼ਨ ਬਣਾਵੇ, ਰਾਜੋਆਣਾ ਦੇ ਕੋਲ ਜੇਲ੍ਹ ਦੇ ਵਿੱਚ ਲੈ ਕੇ ਜਾਣ ਕਿ ਤੁਸੀਂ ਇਸ ਦੇ ਉੱਤੇ ਦਸਤਖਤ ਕਰ ਦਿਓ ਤੇ ਫਿਰ ਉਹ ਮਰਸੀ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਆਰਟੀਕਲ 72 ਦੇ ਮੁਤਾਬਿਕ ਲਗਾ ਦਿੱਤੀ ਜਾਵੇ। ਦੂਜਾ ਸਵਾਲ ਕਿ ਵਾਕਈ ਜੇ ਸਭ ਕੁਝ ਨਹੀਂ ਹੁੰਦਾ 31 ਦਸੰਬਰ ਤੱਕ, ਕਿ ਬਾਕੀ ਪੰਜਾਬ ਦੇ ਮਾਹੌਲ ਨੂੰ ਕੋਈ ਦਿੱਕਤ ਆ ਸਕਦੀ ਹੈ, ਮਾਹੌਲ ਖਰਾਬ ਹੋ ਸਕਦਾ ਹੈ, ਜੋ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਏਗੀ। ਗੌਰਵ ਜੀ, ਜਿੱਥੋਂ ਤੱਕ ਗੱਲ ਹੈ ਕਿ ਅਦਾਲਤ ਨੇ ਬੜਾ ਸਪਸ਼ਟ ਕਿਹਾ ਹੈਗਾ, ਸੁਪਰੀਮ ਕੋਰਟ ਨੇ, ਕਿ ਤੁਹਾਡਾ ਫੈਸਲਾ ਕੋਈ ਕਾਨੂੰਨੀ ਫੈਸਲਾ ਨਹੀਂ, ਇਹ ਰਾਜਨੀਤਿਕ ਫੈਸਲਾ ਆ, ਪੋਲੀਟੀਕਲ ਫੈਸਲਾ ਹੈ ਔਰ ਪੋਲੀਟੀਕਲ ਐਗਜ਼ੈਕਟਿਵ ਨੇ ਲੈਣਾ ਆ। ਇਹਦੀਆਂ ਟੈਕਨੀਕਲ ਜੋ ਮਰਜ਼ੀ ਗੱਲਾਂ ਹੋਣ। ਦੂਸਰੀ ਗੱਲ ਹੈ ਕਿ ਜਿਹੜੀ ਪੋਜੀਸ਼ਨ ਹੁਣ ਸਿੱਖ ਸਮਾਜ ਹੈ ਜਿਹੜਾ ਮਹਿਸੂਸ ਕਰਦਾ ਆ, ਇੱਥੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਪੰਜਾਬ ਦਾ ਸੀਐਮ ਹੈ, ਜਿੱਥੇ ਉਹ ਪੰਜਾਬ ਦੇ ਸੀਐਮ ਸੀ ਬੇਅੰਤ ਸਿੰਘ ਜੀ, ਉੱਥੇ ਪੰਜਾਬ ਦੇ ਹਜ਼ਾਰਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਤਲ ਕਰਨ ਦੇ ਦੋਸ਼ੀ ਵੀ ਨੇ। ਬਕਾਇਦਾ ਤੌਰ ਤੇ ਉਹਨਾਂ ਤੇ ਦੋਸ਼ ਲੱਗਦੇ ਰਹੇ ਆ। ਉਹਨਾਂ ਨੇ ਜਿਸ ਤਰੀਕੇ ਨਾਲ ਪੰਜਾਬ ਨੂੰ ਪੁਲਿਸ ਰਾਜ ਬਣਾਇਆ, ਜਿਸ ਤਰ੍ਹਾਂ ਉਹਨੇ ਐਕਟਿਵ ਕੀਤੇ, ਲੱਖਾਂ ਘਰ ਉਜਾੜੇ, ਲੱਖਾਂ ਸਾਡੇ ਨੌਜਵਾਨ ਮਾਰੇ ਆ, ਉਹਨਾਂ ਨੂੰ ਬਕਾਇਦਾ ਕੋਰਟ ਤੋਂ ਜਿਹੜੇ ਹੋਏ ਆ, ਅਕਾਲੀ ਦਲ ਨੇ ਇੱਥੇ ਹੀ ਜਿਹੜਾ ਮਾਰ ਖਾਧੀ ਹੈ ਕਿ ਜਿਹੜੇ ਸੰਬੰਧਿਤ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਸਰਕਾਰੀ ਖਜ਼ਾਨੇ ਚੋਂ ਕੇਸ ਲੜਿਆ, ਉਹਨਾਂ ਦੀ ਪੈਰਵਾਈ ਕੀਤੀ ਹੈ। ਕੋਰਟ ਦੇ ਫੈਸਲੇ ਨੂੰ ਉਸ ਤਰ੍ਹਾਂ ਨਹੀਂ ਮੰਨਿਆ ਗਿਆ ਤੇ ਇਹ ਲੋਕਾਂ ਨੂੰ ਜਿਹੜੇ ਇਨਸਾਫ ਤੱਕ ਪਹੁੰਚੇ ਆ ਉਹਨਾਂ ਨੂੰ ਆਪਣੇ ਜਿਹੜੇ ਸੀਮਤ ਸਾਧਨ ਉਹਨਾਂ ਲਈ ਪਹੁੰਚਣਾ ਪਿਆ। ਹੁਣ ਇਹ ਫੈਸਲਾ ਪੋਲੀਟੀਕਲ ਹੈ। ਪੋਲੀਟੀਕਲ ਫੈਸਲਾ ਨਾ ਅਪੀਲਾਂ ਨਾਲ ਹੋਣਾ, ਨਾ ਕਮੇਟੀਆਂ ਨਾਲ ਹੋਣਾ ਹੈ। ਇਹਨਾਂ ਨੂੰ ਆਪਣੀ ਤਾਕਤ ਸੜਕਾਂ ਤੇ ਦਿਖਾਉਣੀ ਪੈਣੀ ਹੈ। ਪੰਜਾਬ ਜਿੰਨਾ ਚਿਰ ਅਕਾਲੀ ਦਲ, ਸਿੱਖ ਸਿਆਸਤ, ਸਿੱਖ ਲੀਡਰਸ਼ਿਪ ਪੰਜਾਬੀਆਂ ਨੂੰ ਇਹ ਜਿਹੜਾ ਸੰਘਰਸ਼ ਹੈ ਇਹਨਾਂ ਨੂੰ ਸੜਕਾਂ ਤੇ ਲੈ ਕੇ ਨਹੀਂ ਆਉਂਦੀ, ਆਪਣਾ ਪ੍ਰੈਸ਼ਰ ਦਿਖਾਉਂਦੀ ਨਹੀਂ ਸੈਂਟਰ ਗਵਰਨਮੈਂਟ ਨੂੰ, ਉਹਨਾਂ ਤੇ ਸੈਂਟਰ ਗਵਰਨਮੈਂਟ ਕਦੀ ਵੀ ਇਹ ਫੈਸਲੇ ਤੇ ਨਹੀਂ ਆਏਗੀ। ਫੈਸਲਾ ਹੋਏਗਾ, ਇਹ ਲਿਖਾ ਕੇ ਲੈ ਲਓ, ਰਾਜੋਆਣਾ ਸਾਹਿਬ ਨੂੰ ਫਾਂਸੀ ਨਹੀਂ ਹੋ ਸਕਦੀ ਇਸ ਦੇਸ਼ ਦੇ ਵਿੱਚ।
परंतु ये उदों फैसला हल होएगा जदों लोगों ਨੂੰ लगेगा कि पंजाब की जनता पंजाब की संगत समੁੱਚਾ पंजाबी भाईचारा तमिलनाडु के सियासी लोगों वांगू इकट्ठा होके जथेबंद होके एक मंग ते आ गया है कि असी पंजाब दे विच अपना अमन ते भाईचारे नूं कोई किसी किस्म दा खतरा नहीं खड़ा होण देना ते जिहड़े लोग इस किस्म दी नफरत दी सियासत करदे आए आ ਉਹਨਾਂ ਦੀ ਨਫ਼ਰਤ ਦੀ ਸਿਆਸਤ ਨੂੰ ਠੀਕ ਹੈ ਚਲੋ ਮੇਰੇ ਕੋਲ ਸਮਾਂ ਟੋਟਲ ਇਥੋਂ ਜਿਹੜਾ ਰਿਮੂਵ ਕੀਤਾ ਜਾਏਗਾ ਇਹਦੇ ਵਾਸਤੇ ਇੱਕ ਸਾਰੇ ਸਿੱਖ ਜਥੇਬੰਦੀਆਂ ਨੂੰ ਔਰ ਪੰਜਾਬ ਦੀਆਂ ਹਮਦਰਦ ਜਥੇਬੰਦੀਆਂ ਨੂੰ ਚਲੋ ਰੱਬ ਅੱਗੇ ਵੀ ਅਰਦਾਸ ਇਹੀ ਹੈ ਕਿ ਆਪਾਂ ਉਸ ਸਟੇਜ ਤੱਕ ਪਹੁੰਚੀਏ ਹੀ ਨਾ ਕਿ ਅਜਿਹੀ ਕੋਈ ਸਥਿਤੀ ਆਵੇ ਹੀ ਨਾ। ਪੀਰ ਮੁਹੰਮਦ ਸਾਹਿਬ ਬਹੁਤ ਛੋਟਾ ਜਿਹਾ ਕਮੈਂਟ ਚਾਹੂੰਗਾ ਤੁਹਾਡਾ, ਆਪਾਂ ਵਾਈਂਡ ਅਪ ਵਾਲੇ ਪਾਸੇ ਵਧ ਰਹੇ ਹਾਂ, 20 ਸੈਕਿੰਡ ਹੀ ਦੇ ਪਾਵਾਂਗਾ ਕਿ 5 ਮੈਂਬਰੀ ਕਮੇਟੀ ਹੁਣ ਕਰਨ ਕੀ ਜਾ ਰਹੀ ਹੈ। ਕੇਂਦਰ ਸਰਕਾਰ ਦੀ देखो कमेटी जाएगी, मिलेगी, अपने राष्ट्रपति तक भी पहुंच करेगी, केंद्रीय गृह मंत्री MHA तक भी और प्रधानमंत्री साहब तक भी, सारे तक पहुंच करेगी। पर मैं इत्थे इहो ही गल कहांगा कि इच्छा शक्ति जिहड़ी है वो केंद्र सरकार नूं बनाउणी चाहीदी है और पिछले समय नूं देखना चाहिदा। कांग्रेस नालों बीजेपी अपनी नीति जिहड़ी वो चेंज करे। जो कांग्रेस ने बीते विच 84 दे विच कीता, नवंबर 84 च कीता जां उस तो बाद बेअंत सिंह दी सरकार वेले होया, ਉਹ ਇਹੋ ਜਿਹਾ ਕੰਮ ਜਿਹੜਾ ਹੈ ਉਹ ਮੌਜੂਦਾ ਸਰਕਾਰ ਨੂੰ ਉਹ ਸਾਰਾ ਵਾਚ ਕੇ ਦੇਖਣਾ ਚਾਹੀਦਾ ਕਿ ਇੱਕ ਚੰਗਾ ਸਦਭਾਵਨਾ ਭਰਿਆ ਮਾਹੌਲ ਜਿਹੜਾ ਉਹ ਕਿਵੇਂ ਬਣੇ, ਉਸ ਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਚੇਤਨ ਜੀ ਬਹੁਤ ਛੋਟਾ ਜਿਹਾ ਤੁਹਾਡਾ ਇੱਕ ਕਮੈਂਟ ਫਾਈਨਲ। ਦੇਖੋ ਮੈਂ ਇੱਥੇ ਇਹੋ ਗੱਲ ਕਹਾਂਗਾ ਕਿ ਇੱਕ ਤੇ ਭਾਈ ਰਾਜੋਆਣਾ ਜੀ ਨੂੰ ਬੇਨਤੀ ਹੈ ਕਿ ਉਹ ਆਪਣੀ ਭੁੱਖ ਹੜਤਾਲ ਬੰਦ ਕਰ ਦੇਣ, ਇਹ ਬੇਨਤੀ ਉਹਨਾਂ ਦੇ ਅੱਗੇ। ਔਰ ਦੂਸਰਾ ਜਿਹੜੇ ਕਮੇਟੀ ਬਣੀ ਆ, ਮੈਂ ਇੱਕ ਵਾਰੀ ਫਿਰ ਇੱਥੇ ਗੱਲ ਕਰਨਾ ਕਿ ਉਹ ਬੜੇ ਹੀ ਕਾਬਲ ਲੋਕ ਨੇ ਔਰ ਉਹਨਾਂ ਨੂੰ ਗੱਲਬਾਤ ਪੂਰੀ ਤਰ੍ਹਾਂ ਕਰਨੀ ਚਾਹੀਦੀ ਆ। ਗੱਲਬਾਤ ਵਾਸਤੇ ਮਾਈਨੋਰਿਟੀ ਕਮਿਸ਼ਨ ਨੂੰ ਮਿਲਣ, ਮੈਂ ਗੱਲਬਾਤ ਕਰਨ ਵਾਸਤੇ ਸੈਂਟਰ ਗਵਰਨਮੈਂਟ ਨੂੰ ਮਿਲਣ ਔਰ ਵਿਚਲੀਆਂ ਗੱਲਾਂ ਵੀ ਕੱਢ ਕੇ ਰੱਖਣ ਕਿ ਆਖਰ ਕਾਰਨ ਕੀ ਆ ਕਿ ਸੱਤਾਂ ਦੀ ਰਿਹਾਈ ਹੋ ਚੁੱਕੀ ਆ, ਦੋਵਾਂ ਦੀ ਅੰਡਰ ਕੰਸੀਡਰੇਸ਼ਨ ਆ, ਜਿਹੜੀ ਕਿ ਇੱਕ ਤੇ ਭੁੱਲਰ ਸਾਹਿਬ ਦੀ ਔਰ ਦੂਸਰੀ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਇਹਨਾਂ ਦੀ ਗੁਰਦੀਪ ਸਿੰਘ ਜੀ ਹੋਣਾ ਦੀ ਆ। ਹੁਣ ਮਸਲਾ ਇਹਦੇ ਵਿੱਚ ਇਹ ਆ ਕਿ ਅਸੀਂ ਇਹਨੂੰ ਰਾਜਨੀਤਿਕ ਰੂਪ ਨਾ ਦੇ ਕੇ ਇਹਨੂੰ ਇੱਕ ਇਨਸਾਨੀਅਤ ਦਾ ਰੂਪ ਦਈਏ ਔਰ ਕੌਮ ਦੇ ਜਿਹੜੇ ਨੁਮਾਇੰਦੇ ਬਣ ਕੇ ਉੱਥੇ ਜਾਣਗੇ ਉਹਨਾਂ ਨੂੰ ਵੀ ਇਹ ਹੋਏ ਕਿ ਅਸੀਂ ਜਿਹੜੀ ਗੱਲ ਪੇਸ਼ ਕਰਨੀ ਆ ਔਰ ਉਹਦੇ ਐਵਜ਼ ਦੇ ਵਿੱਚ ਜਿਹੜਾ ਜਵਾਬ ਮਿਲਦਾ ਉਹ ਸਾਂਝਾ ਕੀਤਾ ਜਾਵੇ ਵੀ ਕਾਰਨ ਕੀ ਆ, ਕੀ ਸਿਕਿਉਰਿਟੀ ਇਸ਼ੂ ਆ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ। ਕਿਉਂਕਿ ਮੈਂ ਅੱਜ ਮੇਰੇ ਬੜੇ ਪਰਮ ਮਿੱਤਰ ਨੇ ਪੀਰ ਮੁਹੰਮਦ ਸਾਹਿਬ, ਇਹਨਾਂ ਨੂੰ ਬਸ ਕਿਉਂਕਿ ਜਦੋਂ ਸਾਡੇ ਨਾਲ ਸੱਤਾ 'ਚ ਸੀਗੇ, ਸਾਡੇ ਭਾਈਵਾਲ ਵੀ ਸੀਗੇ, ਉਦੋਂ ਵੀ ਤਾਂ ਗੱਲਾਂ ਕੀਤੀਆਂ ਜਾ ਸਕਦੀਆਂ। ਸਾਡਾ ਤਾਂ ਰਿਸ਼ਤਾ 2020 ਟੁੱਟਿਆ, ਆਪਾਂ ਗੱਲ ਕਰ ਲਈ ਨਾ, ਉਹੀ ਕਹਿ ਰਹੇ ਸੀਗੇ ਕਹਿਣਾ ਚਾਹ ਰਹੇ 10 ਸੈਕਿੰਡ ਮੈਂ ਦੇ ਪਾਉਂਗਾ। ਸੰਧੂ ਸਾਹਿਬ ਪਲੀਜ਼ ਥੋੜਾ ਗੱਲ ਕਹਿ ਰਹੇ ਹੋ। ਸੰਧੂ ਸਾਹਿਬ ਇੱਕ ਸੈਕਿੰਡ। ਸੰਧੂ ਜੀ, ਗੌਰਵ ਜੀ ਇੱਕੋ ਹੀ ਰਿਕੁਐਸਟ ਹੈ ਜੀ ਮੇਰੀ ਸਾਰਿਆਂ ਨੂੰ, ਬਿਨਾਂ ਪੋਲੀਟੀਕਲ ਮੇਕ ਕੇ ਰਾਜੋਆਣਾ ਜੀ ਦੀ ਸੁਣੋ। ਉਹ ਨੇ ਡੈਥ ਰੋ ਦੇ ਉੱਪਰ, ਉਹਨਾਂ ਦੀ ਪਟੀਸ਼ਨ ਹੈ, ਸੋ ਉਹਨਾਂ ਦਾ ਪ੍ਰੈਰੋਗੇਟਿਵ ਫਸਟ ਹੈ। ਤੁਸੀਂ ਸਾਰੇ ਪਲੀਜ਼ ਉਹਨਾਂ ਦੀ ਸੁਣੋ ਤਾਂ ਕਿ ਲੀਗਲੀ ਕੋਈ ਹੁਣ ਅੱਗੇ ਅੜਚਨ ਨਾ ਆਵੇ, ਇਹ ਮੈਟਰ ਸਦਾ ਲਈ ਅੱਗੇ ਸੋਲਵ ਹੋ ਜੇ। ਠੀਕ ਹੈ, ਸਭ ਕੁਝ ਇਹ ਪ੍ਰੋਪਰਲੀ ਜੋ ਵੀ ਕੁਝ ਹੋ ਤੇ ਡਿਸੀਜਨ ਆ ਜਾਵੇ, ਉਹਨਾਂ ਦੀ ਸੁਣੋ ਪਲੀਜ਼। ਚਲੋ ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕਣੇ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇਸ ਪੂਰੀ ਡਿਬੇਟ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੁਣ ਅਗਲਾ ਸਟੈਪ ਜਿਹੜੀ 5 ਮੈਂਬਰੀ ਕਮੇਟੀ ਹੈ ਉਸ ਦਾ ਕੀ ਹੋਏਗਾ, ਉਸ ਦੇ ਉੱਤੇ ਨਜ਼ਰ ਹੈ। ਹੁਣ ਗੱਲ ਮਰਸੀ ਪਟੀਸ਼ਨ ਦੀ। ਹੁਣ ਮਰਸੀ ਪਟੀਸ਼ਨ ਨੂੰ ਦੋ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਇੱਕ ਕਿ ਜੇ ਰਾਜੋਆਣਾ ਦੇ ਦਸਤਖਤ ਦੇ ਨਾਲ ਪਾ ਦਿੱਤੀ ਜਾਵੇ ਤਾਂ ਲੀਗਲੀ ਜਿਹੜੀਆਂ ਚੀਜ਼ਾਂ ਨੇ ਉਹ ਅੜਚਨਾਂ ਦੂਰ ਹੋ ਜਾਣਗੀਆਂ ਤੇ ਪੂਰਾ ਮਾਮਲਾ ਸੋਲਵ ਹੋ ਜਾਏਗਾ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੋ ਜਾਏਗੀ। ਪਰ ਦੂਜਾ ਪੁਆਇੰਟ ਇਹ ਵੀ ਹੈ ਕਿ ਜੇ ਮਰਸੀ ਪਟੀਸ਼ਨ ਦੇ ਉੱਤੇ ਇੰਨਾ ਰੌਲਾ ਇਸ ਸਮੇਂ ਇਹ ਹੈ ਤਾਂ 2012 ਤੋਂ ਲੈ ਕੇ 2023 ਤੱਕ ਜਦੋਂ ਤੋਂ ਪਟੀਸ਼ਨ ਇਹ ਪਾਈ ਗਈ ਹੈ, ਹੁਣ ਤੱਕ ਇਹ ਵੀ ਨਹੀਂ ਕਿਹਾ ਗਿਆ ਕਿ ਇਹ ਮਰਸੀ ਪਟੀਸ਼ਨ ਵੈਲਿਡ ਨਹੀਂ ਹੈ। ਕਿਸੇ ਨੇ ਖਾਰਿਜ ਤਾਂ ਨਹੀਂ ਕੀਤੀ ਨਾ, ਜਾਂ ਤਾਂ ਖਾਰਿਜ ਕਰ ਦਿੱਤੀ ਹੁੰਦੀ ਕਿ ਨਹੀਂ ਇਹ ਮਰਸੀ ਪਟੀਸ਼ਨ ਵੈਲਿਡ ਹੀ ਨਹੀਂ ਹੈ ਕਿ ਕੋਈ ਹੋਰ ਪਾ ਹੀ ਨਹੀਂ ਸਕਦਾ, ਪਹਿਲਾਂ ਸਾਈਨ ਕਰਵਾ ਕੇ ਲਿਆਓ ਜਿਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਇਹ ਵੀ ਨਹੀਂ ਹੋਇਆ ਤਾਂ ਇਹ ਕਿਉਂ ਨਹੀਂ ਹੋਇਆ? ਖੈਰ ਇਹ ਵੀ ਇੱਕ ਜ਼ਰੂਰ ਚਰਚਾ ਦਾ ਵਿਸ਼ਾ ਹੈ, ਪਰ ਉਮੀਦ ਕਰਦੇ ਹਾਂ ਕਿ ਜਲਦ ਇਸ ਪੂਰੇ ਕੇਸ ਦਾ, ਇਸ ਪੂਰੇ ਮਾਮਲੇ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ। ਧੰਨਵਾਦ।